ਸ਼ੁਕਰੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 64592 9191। ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ, ਫਿਰ ਅਸੀਂ ਪੜਾਅ ਦਰ ਪੜਾਅ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਸਰ। ਡਾਕਟਰ ਸਾਹਿਬ, ਅਸੀਂ ਸਭ ਤੋਂ ਪਹਿਲੀ ਖਬਰ ਤੋਂ ਸ਼ੁਰੂਆਤ ਕਰ ਰਹੇ ਹਾਂ, ਉਹ ਹੈ ਕਿ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਸਰੀ ਪੁਲਿਸ ਬੋਰਡ ਤੇ ਜਾਣਬੁੱਝ ਕੇ ਕਹਿੰਦੇ ਨਗਰ ਜਿਹੜਾ ਕੌਂਸਲ ਦਾ ਅਕਸ ਉਹਨਾਂ ਨੇ ਖਰਾਬ ਕੀਤਾ ਹੈ। ਦੇਖੋ, ਇਹ ਅਨਹੋਣੀ ਗੱਲ ਨਹੀਂ ਹੈ, ਕਿਉਂਕਿ ਸਾਡੇ ਦੇ ਵਿੱਚ ਦੋ ਪੁਲਿਸ ਫੋਰਸਸ ਦੇ ਵਿੱਚ ਸਟਰਗਲ ਚੱਲ ਰਹੀ ਸੀ ਬੇਸਿਕਲੀ ਜੀ। RCMP ਦੇ ਪਿੱਛੇ ਬ੍ਰਿੰਡਾ ਲੌਕ ਖੜੀ ਸੀ ਕਿ ਅਸੀਂ RCMP ਰੱਖਾਂਗੇ। ਉਹਨਾਂ ਦੇ ਮਨ ਦੇ ਵਿੱਚ ਵੀ ਪਾਇਆ ਵੀ ਤੁਸੀਂ ਇੱਥੇ ਰਹੋਗੇ, ਤੁਹਾਨੂੰ ਕੁਝ ਨਹੀਂ ਹੋ ਸਕਦਾ। ਦੂਸਰੇ ਪਾਸੇ ਪਿਛਲੇ ਮੇਅਰ ਨੇ ਸਾਡੇ ਨੇ ਸਰੀ ਪੁਲਿਸ ਲੈਣ ਦੀ, ਉਹਨਾਂ ਨੇ ਉਹਦਾ ਪੁਲਿਸ ਦਾ ਚੀਫ ਵੀ ਵੱਖਰਾ ਬੰਦਾ ਲੈ ਕੇ ਆਂਦਾ ਜੀ। ਤਾਂ ਅਖੀਰਲੇ ਦਿਨ ਤਾਈਂ ਇਹੀ ਚੱਲਦਾ ਰਿਹਾ। ਪਿਛਲੇ ਅਕਤੂਬਰ ਦੇ ਇਲੈਕਸ਼ਨ ਹੋਈ ਆ ਜੀ, ਉਸ ਤੋਂ ਅੱਜ ਦਿਨ ਮਤਲਬ ਆਹ ਸਟਰਗਲ ਹੀ ਚੱਲਦੀ ਰਹੀ ਆ ਵੀ ਕਿਹਨੇ ਆਉਣਾ ਇੱਥੇ, RCMP ਸਦਾ ਰਹੂਗੀ ਜਾਂ ਸਰੀ ਪੁਲਿਸ ਰਹੂਗੀ ਜੀ। ਤੇ ਉਹਦੇ ਵਿੱਚ 2 ਦਿਨ ਪਹਿਲਾਂ ਹੀ, ਹਾਲੇ ਕਿ ਇਹ ਤਕਰੀਬਨ ਸਾਰੇ ਬੰਦਿਆਂ ਨੂੰ ਪਤਾ ਸੀ, ਜਿਹੜੇ ਨੇ ਮਤਲਬ ਅਨਾਉਂਸਮੈਂਟ ਤਾਂ ਖਰ ਨਹੀਂ ਸੀ ਹੋਈ ਵਿਕਟੋਰੀਆ ਦੇ ਵਿੱਚ, ਪਰ ਜਿਹੜੇ ਬੰਦੇ ਮਤਲਬ ਥੋੜੀ ਬਹੁਤੀ ਖਬਰ ਰੱਖਦੇ ਆ ਉਹਨਾਂ ਨੂੰ ਇਹ ਪਤਾ ਸੀ ਵੀ ਇਹ ਜਿਹੜੀ ਸਰੀ ਪੁਲਿਸ ਨੇ ਆ ਜਾਣਾ, ਉਹਨਾਂ ਨੇ ਫੈਸਲਾ ਲੈਣਾ ਇਹਦੇ ਹੱਕ ਦੇ ਵਿੱਚ ਜੀ ਜੀ। ਤਾਂ 2 ਦਿਨ ਪਹਿਲਾਂ ਇਹਨਾਂ ਨੇ ਫਿਰ ਮੇਅਰ ਨੇ RCMP ਦੇ ਨਾਲ ਰਲ ਕੇ ਇਹ ਆਫਰ ਕਰ ਦਿੱਤਾ ਕਿ ਜੇ ਸਰੀ ਪੁਲਿਸ ਨੂੰ ਛੱਡ ਕੇ ਬੰਦੇ ਆਉਂਦੇ ਆ, ਅਸੀਂ ਉਹਨਾਂ ਨੂੰ ਬੋਨਸ ਦੇਵਾਂਗੇ 10,000। ਤੇ ਇਹਦਾ ਮਤਲਬ ਤੁਸੀਂ ਸੈਬੋਟੇਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ। ਜਿਹਦਾ ਕਿ ਸਰੀ ਪੁਲਿਸ ਨੂੰ ਸਾਰਾ ਕੁਝ ਪਤਾ ਹੈ, ਉਹਨਾਂ ਦੇ ਚੀਫ ਨੂੰ ਪਤਾ ਹੈ ਤੇ ਉਹਨਾਂ ਦੀ ਫੋਰਸ ਨੂੰ ਪਤਾ ਹੈ। ਹੁਣ ਇਸ਼ੂ ਆ ਜਾਂਦੀ ਹੈ ਕਿ ਜਿਹੜਾ ਬੋਰਡ ਆ, ਪੁਲਿਸ ਬੋਰਡ ਹਰ ਸਿਟੀ ਦੇ ਕੋਲ ਜਿਨ੍ਹਾਂ ਦੇ ਕੋਲ ਪੁਲਿਸ ਫੋਰਸ ਆ ਜੀ, ਉਹਦੇ ਵਿੱਚ ਜਿਹੜਾ ਉਹਨਾਂ ਦਾ ਮੇਅਰ ਆ ਉਹ ਚੇਅਰ ਕਰਦਾ ਆ ਉਹ ਬੋਰਡ ਦੀ ਮੀਟਿੰਗ ਜੀ। ਬੋਰਡ ਦੇ ਵਿੱਚ ਇੱਕ ਹੋਰ ਬੰਦਾ ਆ ਜਿਹੜਾ ਕਾਉਂਸਲ ਨੇ ਸਿਲੈਕਟ ਕੀਤਾ ਆ, ਅਪਾਇੰਟ ਕੀਤਾ ਆ, ਪਰ 7 ਬੰਦੇ ਜਿਹੜੇ ਵਿਕਟੋਰੀਆ ਦੀ ਸਰਕਾਰ ਨੇ ਨਿਯੁਕਤ ਕੀਤੇ ਉਹ ਆ। ਸੋ ਮੈਜੋਰਟੀ ਹੈ ਨਹੀਂ ਇਹਨਾਂ ਦੀ ਉੱਥੇ ਜੀ। ਮੈਜੋਰਟੀ ਤਾਂ ਉਹ ਆ ਜਿਹੜੇ ਵਿਕਟੋਰੀਆ ਤੋਂ ਆਏ ਆ, ਵਿਕਟੋਰੀਆ ਵਾਲਿਆਂ ਨੇ ਭੇਜੇ ਆ। ਬਿਲਕੁਲ। ਤੇ ਚੇਅਰ ਤੁਸੀਂ ਕਰ ਸਕਦੇ ਆ, ਚੇਅਰ ਤੁਹਾਡੀ ਹੱਕ ਆ, ਕਿਉਂਕਿ ਮੇਅਰ ਜਿਹੜਾ ਆ ਉਹ ਆਟੋਮੈਟਿਕਲੀ ਬੋਰਡ ਦਾ ਚੇਅਰ ਆ। ਬਿਲਕੁਲ। ਤੇ ਹੁਣ ਤੁਸੀਂ ਉਸ ਬੋਰਡ ਦੇ ਕੋਲ ਜਾਓਗੇ ਜਿਨ੍ਹਾਂ ਦੇ ਖਿਲਾਫ ਤੁਸੀਂ ਲੜਦੇ ਰਹੇ ਆ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਔਰ ਉਹਨਾਂ ਨੂੰ ਪਤਾ ਵੀ ਆ। ਤੇ ਫਿਰ ਉਹਨਾਂ ਨੇ ਤੁਸੀਂ ਐਕਸਪੈਕਟ ਇਹ ਕਰਦੇ ਆ ਕਿ ਜਿੱਦਾਂ RCMP ਤੁਹਾਨੂੰ ਆਇਓ ਭਗਤ ਕਰਦੀ ਸੀ, ਤੁਹਾਡੀ ਸਰੂਟ ਫਾਰਦੀ ਸੀ, ਰਿਸਪੈਕਟ ਕਰਦੀ ਸੀ, ਜਿਹੜੀ ਹੋਣੀ ਚਾਹੀਦੀ ਹੈ ਮੇਅਰ ਦੀ। ਤੇ ਹੁਣ ਨਵੇਂ ਬੰਦੇ ਨਹੀਂ ਕਰਦੇ, ਉਹ ਉੱਥੇ ਉਹ ਗੱਲਾਂ ਡਿਸਕਸ ਕਰਦੇ ਆ ਜਿੱਦਾਂ ਨਾਰਮਲ ਬੋਰਡ ਵਾਲੇ ਕਰ ਰਹੇ ਆ, ਜਿਹਦੇ ਵਿੱਚ ਉਹਨੂੰ ਕਹਿ ਲਓ ਤਕਲੀਫ ਤਾਂ ਇਸ ਗੱਲ ਦੀ ਸੀ ਮੇਅਰ ਨੂੰ ਵੀ ਜਿਹੜਾ ਏਜੰਡਾ ਮੈਂ ਲਿਆਉਣਾ ਚਾਹੁੰਦੀ ਸੀ ਉਹ ਨਹੀਂ ਆ ਰਿਹਾ ਇੱਥੇ ਜਿਹੜੀਆਂ ਆਈਟਮਸ ਆ ਰਹੀਆਂ ਆ ਬੋਰਡ ਦੇ ਵਿੱਚ, ਉਹ ਸਰੀ ਪੁਲਿਸ ਵਾਲਿਆਂ ਨੇ ਜਿਹੜੀਆਂ ਉਹਨ ਮਹੱਤਵਪੂਰਨ ਸਮਝਦੇ ਉਹ ਹੀ ਡਿਸਕਸ ਕਰ ਰਹੇ ਆ। ਬਿਲਕੁਲ। ਤੇ ਇਹ ਬੜੀ ਐਕਚੁਅਲੀ ਕੀ ਕਹਿੰਦੇ ਦੁਬਦਾ ਵਾਲੀ ਸਿਚੁਏਸ਼ਨ ਆ। ਬਿਲਕੁਲ। ਇਹਨਾਂ ਦਾ ਕਲੇਸ਼ ਜਿਹੜਾ ਉਹ ਖਤਰਨਾਕ ਵੀ ਸ਼ਹਿਰ ਵਾਸਤੇ ਤਾਂ ਮਾੜਾ ਨਾ। ਇਹ ਸ਼ਹਿਰ ਵਾਸਤੇ ਜਿਹੜਾ ਸਕੂਲ ਬੋਰਡ ਆ, ਸੌਰੀ ਪੁਲਿਸ ਬੋਰਡ ਆ ਜਿਹੜਾ ਨਾ, ਉਹ ਹੁਣ ਸੇਫਟੀ ਤੇ ਸਿਕਿਉਰਿਟੀ ਦੇਖਦਾ ਸਰੀ ਦੀ ਵਿੱਚ ਜੀ। ਤੇ ਸੇਫਟੀ ਤੇ ਸਿਕਿਉਰਿਟੀ ਦੇ ਵਿੱਚ ਕੰਬੀਨੇਸ਼ਨ ਹੋਣਾ ਚਾਹੀਦਾ ਤੁਹਾਡਾ
ਪੁਲਿਸ ਦਾ ਤੇ ਕੌਂਸਲ ਦਾ। ਜੀ ਬਿਲਕੁਲ। ਤੇ ਮਤਲਬ ਨੈਚੁਰਲ ਹੋਣਾ ਚਾਹੀਦਾ, ਮਤਲਬ ਇਹ ਨਹੀਂ ਵੀ ਕਾਨੂੰਨਨ ਤੌਰ ਤੇ ਤਾਂ ਬੰਦੇ ਮੰਨੇ ਜਾਂਦੇ ਆ, ਜਿਹੜਾ ਕਾਨੂੰਨਨ ਤੌਰ ਤੇ ਮੈਨੂੰ ਕਹਿਣ ਕਿਸੇ ਤੱਕ ਜਾ ਉੱਥੇ ਮੀਟਿੰਗ ਚੱਲ ਜਾ, ਤੁਹਾਨੂੰ ਜਾਣਾ ਹੀ ਪੈਂਦਾ ਕਈ ਵਾਰੀ। ਬਿਲਕੁਲ। ਤਾਂ ਉੱਥੇ ਜਿਹੜਾ ਬੰਦੇ ਦਾ ਦਿਲ ਨਾ ਹੋਵੇ ਨਾ, ਤਾਂ ਉਹ ਕਿਸੇ ਏਜੰਡੇ ਤੇ ਕੋਈ ਵੀ ਜਿਹੜੀ ਆਈਟਮ ਉਹ ਤੇ ਉਹ ਦਿਲੋਂ ਗੱਲ ਨਹੀਂ ਕਰਦਾ, ਦਿਲੋਂ ਗੱਲ ਨਹੀਂ ਕਰਦਾ। ਤੇ ਇਹਨਾਂ ਦੇ ਵਿੱਚ ਉਹ ਕੋਆਰਡੀਨੇਸ਼ਨ ਹੈ ਨਹੀਂ ਜਿਹੜੀ ਦਿਲੋਂ ਇੱਕ ਦੂਜੇ ਨਾਲ ਕਰੀ ਸੀ। ਕਿ ਪੁਲਿਸ ਫੋਰਸਸ ਹੁਣ ਵੈਨਕੂਵਰ ਚਲ ਜਾਓ, ਬਰਨਵੀ ਚਲ ਜਾਓ, ਹੋਰ ਏਰੀਆ ਦੇ ਵਿੱਚ ਚਲ ਜਾਓ, ਜਿੱਥੇ ਉਹਨਾਂ ਦੀਆਂ ਪੁਲਿਸ ਫੋਰਸਸ ਰਲ ਕੇ ਕੰਮ ਕਰਦੀਆਂ ਕੌਂਸਲ ਨਾਲ, ਮੇਅਰ ਦੇ ਨਾਲ, ਤੇ ਉਹ ਇਹ ਵੀ ਦੇਖਦੇ ਕਿ ਤੁਹਾਡੀਆਂ ਪ੍ਰਾਇੋਰਟੀਜ਼ ਕਿਹੜੀਆਂ। ਬਿਲਕੁਲ। ਤੇ ਸਾਡੀਆਂ ਕਿਉਂਕਿ ਜਿਹੜੀ ਪੁਲਿਸ ਫੋਰਸ ਆ ਉਹ ਤਾਂ ਸਿੱਧੇ ਤੌਰ ਤੇ ਦੇਖਦੀ ਆ ਕਿ ਸਾਡਾ ਸੇਫਟੀ ਤੇ ਸਿਕਿਉਰਿਟੀ ਲਈ ਕੀ ਕਰਨਾ ਹੈ। ਬਿਲਕੁਲ। ਇੱਕ ਜਿਹੜਾ ਇਲੈਕਟਡ ਅਫੀਸ਼ੀਅਲਸ ਆ ਉਹਨਾਂ ਨੂੰ ਕਈ ਕੁਝ ਦੇਖਣਾ ਪੈਂਦਾ। ਉਹਨਾਂ ਨੂੰ ਇਹ ਵੀ ਕਈ ਵਾਰੀ ਦੇਖਣਾ ਪੈਂਦਾ ਕਲਚਰਲ ਸੈਂਸਿਟਿਵਿਟੀ ਕਿਹੜੇ ਵਿੱਚ ਆ, ਕਿਹੜਾ ਏਰੀਆ ਦੇ ਵਿੱਚ ਸਾਡੀਆਂ ਵੋਟਾਂ ਜ਼ਿਆਦਾ ਹੈ, ਜਿੱਥੋਂ ਰੌਲਾ ਰੱਪਾ ਪੈਂਦਾ ਆ, ਤੇ ਕਿਹੜੀਆਂ ਗੱਲਾਂ ਅਸੀਂ ਸੋਚਦੇ ਆ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ, ਜਿਹੜੀ ਕਿ ਲਾਅ ਐਂਡ ਆਰਡਰ ਦੇ ਵਿਊ ਪੁਆਇੰਟ ਤੇ ਹੋ ਸਕਦਾ ਉਹਨਾਂ ਦਾ ਧਿਆਨ ਉਧਰ ਨਾ ਹੋਵੇ। ਦੂਜੇ ਪਾਸੇ ਇਹ ਬੈਲੈਂਸ ਵੀ ਰੱਖਣਾ ਪੈਂਦਾ, ਕਿਉਂਕਿ ਵਿਕਟੋਰੀਆ ਦੀ ਸਰਕਾਰ, ਤੁਸੀਂ ਅੱਜ ਕੱਲ ਜਿਹੜੇ ਬੰਦੇ ਜਾਂਦੇ ਆ ਤੁਸੀਂ ਦੇਖਦੇ ਹੋ ਬਹੁਤ ਟਿਕਟਾਂ ਦਿੰਦੇ ਫਿਰਦੇ ਆ ਸਰੀ ਪੁਲਿਸ ਵਾਲੇ। ਮਤਲਬ ਇਦਾਂ ਆ ਜਿੱਦਾਂ ਮੀਂਹ ਆਇਆ ਹੁੰਦਾ, ਹਰੇਕ ਥਾਂ ਰੋਕੀ ਜਾਂਦੀ, ਜਿੱਥੇ ਕੋਈ ਰੋਕਣ ਦੀ ਲੋੜ ਨਹੀਂ ਹੈ। ਜੇ ਕੋਈ 50 ਤੇ ਨਹੀਂ ਤਾਂ 60 ਤੇ ਜਾਂਦਾ, ਕੋਈ ਏਡੀ ਵੱਡੀ ਖਤਰੇ ਵਾਲੀ ਗੱਲ ਨਹੀਂ ਹੈ। ਪਰ ਇਹ ਸਰੀ ਪੁਲਿਸ ਵਾਲਿਆਂ ਦਾ ਧੰਨਵਾਦ ਕਰਨ ਦਾ ਇੱਕ ਤਰੀਕਾ ਆ ਵਿਕਟੋਰੀਆ ਨੂੰ, ਵੀ ਆਹ ਦੇਖੋ ਤੁਹਾਨੂੰ ਕਿੰਨੇ ਪੈਸੇ ਬਣਾ ਕੇ ਦਿੱਤੇ ਅਸੀਂ, ਕਾਰਡ ਟੁੱਟ ਗਿਆ ਇਹਨਾਂ ਦਾ, ਤੇ ਉਹ ਦੱਸਣ ਵਾਲੀ ਲੋੜ ਆ ਨਾ। ਬਿਲਕੁਲ। ਤੇ ਹੁਣ ਇਹ ਬੈਲੈਂਸ ਕਰਨ ਵਾਲੀ ਲੋੜ ਆ। ਇਹ ਤਾਂ ਮੇਰੇ ਹੀ ਦੱਸ ਸਕਦੀ ਆ ਵੀ ਦੇਖੋ ਸਾਨੂੰ ਜਿਹੜੀ ਮਹੱਤਵਪੂਰਨ ਗੱਲ ਆ ਇਹ ਨਹੀਂ ਵੀ ਕਿੰਨੀਆਂ ਟਿਕਟਾਂ ਦਿੱਤੀਆਂ ਕੱਟ ਕੇ, ਇਹ ਤਾਂ ਰੈਵਨਿਊ ਚੱਲ ਜਾਣਾ ਉਹਨਾਂ ਦੇ ਵਿਕਟੋਰੀਆ ਦੇ ਖਾਨ। ਸਾਨੂੰ ਇਸ਼ੂ ਹੈਗੀਆਂ ਵੀ ਆਹ ਕ੍ਰਾਈਮ ਇੱਥੇ ਜਿਹੜਾ ਜ਼ਿਆਦਾ ਆ, ਇਹਦੇ ਬਾਰੇ ਸਾਡੇ ਸਿਟੀਜ਼ਨ ਸਾਨੂੰ ਕੰਪਲੇਂਟ ਕਰਦੇ ਆ, ਕਿਉਂਕਿ ਲੋਕੀ ਸਿੱਧੇ ਜਾ ਕੇ ਇਲੈਕਟਡ ਅਫੀਸ਼ੀਅਲ ਕੋਲ ਜਾਂਦੇ ਨੇ, ਉਹਨਾਂ ਨੂੰ ਦੱਸਦੇ ਵੀ ਆਹ ਇਸ ਇਸ਼ੂ ਦਾ ਧਿਆਨ ਦਿਓ, ਸਾਡੇ ਨੇਬਰਹੁੱਡ ਦੇ ਵਿੱਚ ਆਹ ਕੁਝ ਹੋ ਰਿਹਾ, ਉੱਥੇ ਪੁਲਿਸ ਕੁਝ ਨਹੀਂ ਕਰਦੀ, ਪੁਲਿਸ ਤਾਂ ਬਿਜ਼ੀ ਆ ਟਿਕਟਾਂ ਦੇਣ ਦੇ ਵਿੱਚ। ਇਹ ਬੈਲੈਂਸ ਜਿਹੜਾ ਰੱਖਣਾ ਹੁੰਦਾ ਆ, ਇਹ ਕੋਆਰਡੀਨੇਸ਼ਨ ਤੇ ਡਿਪੈਂਡ ਕਰਦਾ ਜੀ, ਬਈ ਸਿਟੀ ਦੀ ਕੀ ਪ੍ਰਾਇੋਰਟੀ ਆ ਤੇ ਵਿਕਟੋਰੀਆ ਸਰਕਾਰ ਦੀ ਕੀ ਪ੍ਰਾਇੋਰਟੀ ਆ। ਜਿੱਦਾਂ ਸਿਟੀ ਪੁਲਿਸ ਵਾਲੇ ਸਿਟੀ ਆਫ ਸਰੀ ਵਾਲੇ ਸੌਰੀ ਜੀ, ਉਹਨਾਂ ਦੀ ਵੀ ਪ੍ਰਾਇੋਰਟੀ ਹੈਗੀ ਹੈ ਕਿ ਇਹ ਟਿਕਟਾਂ ਦੇਣ ਦੀ। ਉਹਨਾਂ ਨੇ ਆਪਣੇ ਬਾਈ ਲਾਅ ਆਫੀਸਰ ਰੱਖੇ ਆ ਜੀ, ਨੱਠੇ ਫਿਰਦੇ ਆ, ਕੋਈ ਪਾਰਕ 1 ਮਿੰਟ ਜ਼ਿਆਦਾ ਕਰਦਾ ਉਹਨੂੰ ਟਿਕਟ ਦੇ ਜਾਂਦੇ ਆ, ਬਹੁਤ ਨੇਬਰਹੁੱਡ ਦੇ ਵਿੱਚ ਫਿਰਦੇ ਆ, ਹਸਪਤਾਲਾਂ ਦੇ ਵਿੱਚ ਫਿਰਦੇ ਆ। ਕੋਈ ਹਸਪਤਾਲਾਂ ਦੇ ਵਿੱਚ ਅਕਸਰ ਹੁੰਦਾ ਜੇ ਕੋਈ ਬੰਦਾ ਖਾਸ ਤੌਰ ਤੇ ਐਮਰਜੈਂਸੀ ਗਿਆ ਆ ਜਾਂ ਵੈਸੇ ਉਹਦੇ ਕੋਲ ਟਾਈਮ ਬਹੁਤ ਘੱਟ ਆ, ਉਹਦੀ ਅਪਾਇੰਟਮੈਂਟ ਆਈ ਆ, ਉਹ ਬੰਦਾ ਕਈ ਵਾਰੀ ਟਿਕਟ ਨਹੀਂ ਲੈਂਦਾ। ਇਹਨਾਂ ਨੂੰ ਕਈ ਵਾਰੀ ਕਹਿ ਚੁੱਕੇ ਆ, ਸਰੀ ਦੇ ਲੋਕੀ ਆ ਜਿਹੜੇ ਹੋਰ ਕਿਸੇ ਸ਼ਹਿਰ ਦੇ ਵਿੱਚ ਸ਼ਾਇਦ ਇਹ ਗੱਲ ਨਾ ਹੋਵੇ, ਸਰੀ ਦੇ ਲੋਕੀ ਇੰਨਾ ਹੀ ਨਹੀਂ ਕਹਿ ਸਕੇ ਵੀ ਤੁਸੀਂ ਕਮ ਸੇ ਕਮ ਹਸਪਤਾਲ ਦੇ ਵਿੱਚੋਂ ਤਾਂ ਪਾਰਕਿੰਗ ਲੋਟ ਤੇ ਜਿਹੜੇ ਟਿਕਟ ਆ ਪੈਸੇ ਆ ਉਹ ਤਾਂ ਬੰਦ ਕਰੋ। ਬਿਲਕੁਲ। ਕਿਉਂਕਿ ਇੱਕ ਜਗ੍ਹਾ ਤੇ ਲੋਕੀ ਐਮਰਜੈਂਸੀ, ਅਸੀਂ ਮੱਥਾ ਟੇਕਣ ਥੋੜ੍ਹਾ ਜਾਂਦੇ ਆ, ਦੁਖੀ ਹੋ ਕੇ ਪਹੁੰਚਦਾ ਉੱਥੇ ਬੰਦਾ। ਬਿਲਕੁਲ। ਇਹ ਨਹੀਂ ਵੀ ਚਲੋ ਕੋਈ ਗੈਸਟ ਆਇਆ ਸਾਡੇ, ਚਲੋ ਆਇਆ ਤੈਨੂੰ ਸਰੀ ਹਸਪਤਾਲ ਦਿਖਾ ਲਈਏ, ਇਸ ਕੰਮ ਤੇ ਤਾਂ ਜਾਂਦੇ। ਬਿਲਕੁਲ। ਅਸੀਂ ਜਾਂਦੇ ਆ ਉੱਥੇ ਲੋੜ ਹੁੰਦੀ ਆ, ਜਾਂ ਸਿਰਫ ਐਮਰਜੈਂਸੀ ਦਾ ਕਰਕੇ ਨਹੀਂ ਜਾਂਦੇ, ਅਸੀਂ ਹੋਰ ਵੀ ਕੰਮ ਕਰਾਉਣ ਜਾਂਦੇ ਹਾਂ। MRIs ਉੱਥੇ ਹੁੰਦੀਆਂ, ਸੀਟੀ ਸਕੈਨ ਉੱਥੇ, ਮੈਡੀਕਲ ਅਪਾਇੰਟਮੈਂਟਸ ਹੋਰ ਕਈ ਤਰ੍ਹਾਂ ਦੀਆਂ ਹੁੰਦੀਆਂ, ਜਾਂ ਕਿਸੇ ਨੂੰ ਮਿਲਣ ਗਏ ਤੁਸੀਂ ਜੀ, ਉਹ ਵੀ ਇਹ ਨੇਚਰ ਤਾਂ ਇਹ ਹੀ ਆ ਵੀ ਹੈਲਥ ਰੀਜ਼ਨ ਕਰਕੇ ਉੱਥੇ ਜਾਂਦੇ ਜੀ। ਤੇ ਇਹ ਸਿਟੀ ਦੇ ਵਿੱਚ ਤੁਹਾਡਾ ਫ੍ਰੀ ਨਾ ਹੋਵੇ ਪਾਰਕਿੰਗ, ਉਹ ਵੀ ਇੱਕ ਇਸ਼ੂ ਆ। ਉਹਦੇ ਤੇ ਇੱਕ ਬੰਦਾ ਸਿਟੀ ਨੇ ਹਮੇਸ਼ਾ ਹੀ ਉੱਥੇ ਛੱਡਿਆ ਹੁੰਦਾ ਜਿਹੜਾ ਟਿਕਟਾਂ ਰੱਖੀ ਜਾਂਦਾ, ਕਿਉਂਕਿ ਰੈਵਨਿਊ ਆਉਂਦਾ ਉਹਦਾ। ਬਿਲਕੁਲ। ਉਸ ਬੰਦੇ ਨੂੰ ਤਾਂ $20-30 ਦਿੰਦੇ ਹੋਣਗੇ ਘੰਟੇ ਦੇ, ਪਰ ਉਹ ਬੰਦਾ ਇਹਨਾਂ ਨੂੰ $1000 ਬਣਾ ਕੇ ਦਿੰਦਾ ਯਾਰ। ਬਿਲਕੁਲ। ਤੇ ਉਹਦੇ ਨਾਲ ਨਫਾ ਵੀ ਹੁੰਦਾ। ਤੇ ਪੁਲਿਸ ਨੂੰ ਕਹਿਣਾ ਸੌਖਾ ਹੈ, ਮੇਅਰ ਨੂੰ, ਵੀ ਤੁਸੀਂ ਵਿਕਟੋਰੀਆ ਦੇ ਜਿਹੜੇ ਪੈਸੇ ਬਣਾ ਕੇ ਦਿੰਦੇ ਆ ਉਹਨਾਂ ਵੱਲ ਘੱਟ ਧਿਆਨ ਦਿਓ, ਇੱਥੇ ਕ੍ਰਾਈਮ ਨੂੰ ਫਾਈਟ ਕਰਨ ਲਈ ਜ਼ਿਆਦਾ ਦਿਓ। ਬਿਲਕੁਲ। ਕਿਉਂਕਿ ਅਸੀਂ ਪੁਲਿਸ ਫੋਰਸ ਨੂੰ ਅਕਸਰ, ਤੁਸੀਂ ਜੇ ਕਿਸੇ ਬੱਚੇ ਨੂੰ ਵੀ ਪੁੱਛ ਲਓ, ਕਿਸੇ ਨੂੰ ਪੁੱਛ ਲਓ,
ਅਗਲੇ ਅਸੀਂ ਕਹਿੰਦੇ ਕਿ ਪੁਲਿਸ ਫੋਰਸ ਦੱਸੋ ਵੀ ਕਾਹਦੇ ਲਈ ਆ, ਉਹ ਕਹਿੰਦੇ ਸੇਫਟੀ ਐਂਡ ਸਿਕਿਉਰਿਟੀ ਲਈ, ਸਿੱਧਾ ਹੀ। ਸੇਫਟੀ ਤੇ ਸਿਕਿਉਰਿਟੀ ਲਈ ਮਤਲਬ ਜੇ ਤੁਸੀਂ ਇਹਨਾਂ ਦੇ 100 ਘੰਟੇ ਦੇਖਦੇ ਆ ਵੀ 100 ਘੰਟੇ ਇੱਕ ਬੰਦੇ ਨੇ ਕੰਮ ਕੀਤਾ, ਉਹ ਚੋਂ ਦੱਸੋ ਇਹ ਕ੍ਰਾਈਮ ਫਾਈਟਿੰਗ ਲਈ ਕਿੰਨੇ ਘੰਟੇ ਲਾਏ ਨੇ, ਟਿਕਟ ਦੇਣ ਲਈ ਕਿੰਨੇ ਲਾਏ ਆ, ਡੋਨਟ ਖਾਣ ਲਈ ਕਿੰਨੇ ਲਾਏ ਆ, ਸਟ੍ਰੈਸ ਲੀਵ ਤੇ ਕਿੰਨੇ ਲਾਏ ਆ ਇਸ ਬੰਦੇ, ਵੈਸੇ ਖੜੇ ਹੋ ਕੇ ਗੱਪਾਂ ਮਾਰਨ ਲਈ ਕਿੰਨੇ ਲਾਏ ਆ ਜੀ, ਤੁਸੀਂ ਅਕਸਰ ਦੇਖਦੇ ਆ। ਬਿਲਕੁਲ। ਤੇ ਐਕਚੁਅਲ ਕ੍ਰਾਈਮ ਫਾਈਟਿੰਗ ਲਈ ਕਿੰਨੇ ਘੰਟੇ ਲੱਗੇ ਇਹਨਾਂ ਦੇ, ਤਾਂ ਬਿਲਕੁਲ ਹੈਰਾਨੀ ਹੋ ਜਾਊਗੀ ਵੀ ਕ੍ਰਾਈਮ ਲਈ ਕੋਈ ਟਾਈਮ ਨਹੀਂ ਇਹਨਾਂ ਦੇ ਕੋਲ ਜੀ। ਜਿਹੜੀ ਫੋਰਸ ਦਾ ਕਮੀ ਇਹ ਆ ਵੀ ਅਸੀਂ ਕ੍ਰਾਈਮ ਫਾਈਟ ਕਰਨਾ ਹੈ, ਕ੍ਰਾਈਮ ਫਾਈਟਿੰਗ ਦੇ ਟਾਈਮ ਹੈ ਨਹੀਂ ਜੀ। ਆਮ ਲੋਕੀ ਤੁਹਾਨੂੰ ਦੱਸ ਦੇਣਗੇ ਕਿ ਜੇ ਇੱਥੇ ਕੋਈ ਲੜਾਈ ਹੋ ਜਾਵੇ ਪੁਲਿਸ ਨੇ ਇੱਥੇ ਨਹੀਂ ਆਉਣਾ, ਪਰ ਉੱਥੇ ਜਾ ਕੇ ਥੋੜੀ ਜਿਹੀ ਗੱਡੀ ਤੇਜ਼ ਕਰਦੇ ਉਦੋਂ ਟਿਕਟ ਦੇਣ ਲਈ ਆ ਜਾਣਾ। ਮਤਲਬ ਉਹ ਉਤੋਂ ਪ੍ਰੈਸ਼ਰ ਵੀ ਪੈਂਦਾ ਨਾ, ਕਾਰੋਬਾਰੀ ਪੁਲਿਸ ਹੈ, ਕਮਾਈ ਕਰਨ ਵਾਲੇ ਕਾਰੋਬਾਰੀ ਆ। ਮਤਲਬ ਇਹ ਸਰਕਾਰ ਨੇ ਇੱਕ ਵਰਦੀ ਵਾਲੇ ਬੰਦੇ ਛੱਡੇ ਆ ਪੈਸੇ ਇਕੱਠੇ ਕਰਨ ਵਾਸਤੇ। ਪਹਿਲਾਂ ਹੁੰਦੇ ਸੀ ਡਾਕੂ ਜੀ, ਇਹ ਬਣਾਏ ਆ ਵੀ ਚਲੋ ਵਰਦੀ ਦੇ ਵਿੱਚ ਜਾਂਦੇ ਆ, ਠੀਕ ਆ ਵੀ ਤੁਸੀਂ ਤੁਹਾਡੀ ਪ੍ਰੈਜ਼ੈਂਸ ਹੋਣੀ ਚਾਹੀਦੀ ਆ। ਕਈਆਂ ਥਾਂ ਤੇ ਕੋਈ ਬੰਦਾ 50 ਦੀ ਬਜਾਏ 60 ਕਿਤੇ ਚੱਲ ਗਿਆ, ਉਹਦੇ ਨਾਲ ਐਕਸੀਡੈਂਟ ਨਹੀਂ ਹੁੰਦੇ ਕਈਆਂ ਜੀ। ਬਿਲਕੁਲ, ਇਹ ਤਾਂ ਸਟੈਂਡਰਡ ਲਾਇਆ ਹੈ ਨਾ। ਹੋ ਸਕਦਾ ਸਿਟੀ ਦੇ ਵਿੱਚ ਜਿੱਦਾਂ ਸਕੂਲ ਦਾ ਨੇੜਾ ਆ ਉੱਥੇ ਸਪੀਡ ਘੱਟ ਆ, ਉੱਥੇ ਤੁਸੀਂ ਇਨਫੋਰਸ ਵੀ ਕਰੋ। ਬਿਲਕੁਲ, ਇਨਫੋਰਸ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ, ਬੀਸੀ ਸਰਕਾਰ ਦੇ ਲੀਡਰ ਜਿਹੜੇ ਆ ਉਹ ਕੈਨਬਸ ਰਿਟੇਲ ਸਟੋਰਾਂ ਤੇ ਕਹਿੰਦੇ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਜਿਹੜੀ ਸੂਬਾ ਇਕਾਈ ਜ਼ਿੰਮੇਵਾਰ ਹੈ ਜੀ। ਦੇਖੋ, ਹਰ ਇੱਕ ਜਿਹੜੀ ਵੀ ਸਰਕਾਰ ਚੀਜ਼ ਪੈਦਾ ਕਰਦੀ ਆ, ਕਿਸੇ ਨੂੰ ਮਨਜ਼ੂਰੀ ਦਿੰਦੀ ਆ ਜੀ, ਤਾਂ ਉਹਦੇ ਤੇ ਫਿਰ ਰੈਗੂਲੇਸ਼ਨ ਲਾਉਂਦੇ ਆ ਜੀ। ਬਿਲਕੁਲ, ਰੈਗੂਲੇਸ਼ਨ ਲਾਇਆ, ਜਿਵੇਂ ਸਾਡੇ ਮੈਰਿਜੂਆਨਾ ਲੀਗਲਾਈਜ਼ ਕੀਤਾ ਹੈ ਜੀ, ਤਾਂ ਇਹਦੇ ਵਿੱਚ ਸਟੋਰਸ ਵੀ ਉਹਨਾਂ ਨੇ ਦਿੱਤੇ ਆ ਕਿ ਤੁਸੀਂ ਵੇਚਣਾ ਕਿੱਥੇ ਆ ਜੀ। ਕੁਛ ਇੱਕ ਸਟੋਰਸ ਤਾਂ ਸਰਕਾਰ ਦੇ ਆਪਣੇ ਹੀ ਆ ਜੀ, ਤੇ ਕੁਛ ਇੱਕ ਪ੍ਰਾਈਵੇਟ ਸਟੋਰ ਆ ਜੀ। ਹੁਣ ਜੇ ਕੋਈ ਮੈਰਿਜੂਆਨਾ ਰਿਲੇਟਡ ਤੁਸੀਂ ਪ੍ਰੋਡਕਟ ਬਣਾਉਣਾ ਵੀ ਆ, ਜਿਵੇਂ ਤੁਸੀਂ ਸਿਗਰਟ ਬਣਾਉਣੀ ਹੈ ਮੈਰਿਜੂਆਨੇ ਦੀ ਜੀ, ਕਈ ਕੁਕੀਜ਼ ਬਣਾਉਂਦੇ ਆ, ਕਈ ਕੇਕਸ ਬਣਾਉਂਦੇ ਆ ਜੀ, ਵੱਖ-ਵੱਖ ਚੀਜ਼ਾਂ ਬਣਾਉਂਦੇ ਨਾ, ਤਾਂ ਉਹ ਹਰ ਇੱਕ ਚੀਜ਼ ਤੇ ਰੈਗੂਲੇਸ਼ਨ ਹੈ ਵੀ ਤੁਸੀਂ ਕੀ ਫਾਲੋ ਕਰਨਾ ਜੀ। ਬਿਲਕੁਲ, ਤੇ ਇਹ ਸਟੋਰਸ ਦੇ ਉੱਤੇ ਵੀ ਰੈਗੂਲੇਸ਼ਨ ਹੈ ਵੀ ਤੁਸੀਂ, ਜਾਂ ਫਾਰ ਐਗਜ਼ਾਮਪਲ ਮਿਸਾਲ ਦੇ ਤੌਰ ਤੇ ਤੁਸੀਂ ਇੱਕ ਮਾਈਨਰ ਨੂੰ ਜਾਂ ਜਿਹੜਾ ਅਡਲਟ ਨਹੀਂ ਆ 18 ਸਾਲਾਂ ਤੋਂ ਥੱਲੇ ਆ ਉਹਨੂੰ ਨਹੀਂ ਵੇਚਣੀ ਜੀ, ਤਾਂ ਉੱਥੇ ਉਹੀ ਮੈਰਿਜੂਆਨਾ ਪ੍ਰੋਡਕਟਸ ਹੋਣੇ ਚਾਹੀਦੇ ਆ ਜਿਹੜੇ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਏਜੰਸੀਜ਼ ਉਹ ਸਪਲਾਈ ਕਰਦੀਆਂ ਜੀ। ਇਦਾਂ ਨਹੀਂ ਬੰਦਾ ਕਵੇ ਚੱਲ ਮੈਂ ਆਪਣੀ ਬੇਸਮੈਂਟ 'ਚ ਮੈਰਿਜੂਆਨਾ ਬੀਜਿਆ ਤਾਂ ਇੱਥੇ ਤੋਂ 2 ਕੁਆਂਟਲ ਛੱਡ ਜਾਵਾਂ ਇਹਨਾਂ ਦੇ, ਉਹ ਨਹੀਂ ਵੇਚ ਸਕਦੇ ਜੀ। ਤੇ ਇਹਨਾਂ ਚੀਜ਼ਾਂ ਨੂੰ ਇਨਫੋਰਸ ਕਰਨ ਲਈ, ਜਿਹੜੇ ਰੈਗੂਲੇਸ਼ਨ ਇਨਫੋਰਸ ਕਰਨ ਲਈ ਜੀ, ਤੇ ਇੱਕ ਫਿਰ ਤੁਸੀਂ ਬੰਦੇ ਵੀ ਤਾਂ ਲਾਓਗੇ ਜਿਹੜੇ ਤਾਂ ਆਪਣੇ ਆਪ ਦਾ ਇਨਫੋਰਸ ਹੋਣੇ ਨਹੀਂ। ਬਿਲਕੁਲ, ਉਹ ਉਹਨਾਂ ਦੀ ਬਿਊਰੋਕ੍ਰੇਸੀ, ਸਿਵਲ ਸਰਵੈਂਟ ਜਾਣਗੇ, ਚੈੱਕ ਕਰਨਗੇ ਕਿ ਵਾਕਿਆ ਹੀ ਇਹ ਕਿਤੇ ਰੈਗੂਲੇਸ਼ਨ ਦੀਆਂ ਧੱਜੀਆਂ ਤਾਂ ਨਹੀਂ ਉਡਾ ਰਹੇ। ਬਿਲਕੁਲ, ਤੇ ਉਹ ਉਹਨਾਂ ਨੇ ਆਡੀਟਰਸ ਜਿਹੜੇ ਹੁਣ ਉਹਨਾਂ ਨੇ ਫਾਈਂਡ ਆਊਟ ਕੀਤਾ ਵੀ ਬਹੁਤ ਘੱਟ ਆ ਇਹਨਾਂ ਦੇ ਕੋਲ, ਤੇ ਜਿਹੜੇ ਰੈਗੂਲੇਸ਼ਨ ਐਕਚੁਅਲੀ ਇੰਪੋਜ਼ ਕਰਨ ਵਾਲੇ ਬੰਦੇ ਬਹੁਤ ਘੱਟ ਆ। ਇਸੇ ਕਰਕੇ ਉਹ ਜੇ ਕੋਈ ਸ਼ਿਕਾਇਤ ਕਰ ਦਵੇ ਕਿ ਫਲਾਨੀ ਜਗ੍ਹਾ ਤੇ ਮੈਂ ਦੇਖਿਆ 11 ਸਾਲਾਂ ਦੇ ਜਵਾਕਾਂ ਨੂੰ ਵੇਚੀ ਜਾਂਦੇ ਸੀ, ਸੋ ਉਹਨੂੰ ਸ਼ਾਇਦ ਚੈੱਕ ਕਰਨ ਆ ਜਾਣਗੇ ਉਹਨੂੰ। ਇਹ ਹੈਗੀ ਆ ਕਿ ਰਿਐਕਟਿਵ ਜੀ, ਰਿਐਕਸ਼ਨ ਹੈਗਾ ਉਹਨਾਂ ਦਾ ਕਿ ਤੁਸੀਂ ਰੈਗੂਲੇਸ਼ਨ ਉਹਦੀ ਵਾਇਲੇਸ਼ਨ ਕਰ ਰਹੇ ਆ, ਕਿਸੇ ਨੇ ਕੰਪਲੇਂਟ ਕੀਤੀ ਆ ਉਹਨੂੰ ਚੈੱਕ ਕਰਨ ਆ ਗਿਆ ਜੀ। ਹਾਲਾਂਕਿ ਜਿਹੜੀ ਉਹਨਾਂ ਦੀ ਮੈਂਡੇਟ ਆ ਉਹ ਇਹ ਆ ਕਿ ਤੁਸੀਂ ਆਪ ਜਾ ਕੇ ਪ੍ਰੋਐਕਟਿਵ ਹੋ ਕੇ ਜਾ ਕੇ ਚੈੱਕ ਕਰੋ। ਬਿਲਕੁਲ, ਅਚਨਚੇਤੀ ਚੈਕਿੰਗ ਜਿਹੜੀ ਚੈਕਿੰਗ ਕਰਨੀ ਹੋਣੀ ਚਾਹੀਦੀ, ਉਹਨੂੰ ਮੌਕੇ ਤੇ ਫੜੋ ਜੀ। ਵੀ ਜੇ ਉਹ ਇੱਧਰ ਉੱਧਰ ਦੀ ਗੱਲ ਕਰਦੇ ਆ, ਜੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੈ ਵੀ ਕਿਸੇ ਨੇ ਆਉਣਾ ਆ, ਫੇਰ ਤਾਂ ਬਿਲਕੁਲ ਨਹੀਂ, ਫਿਰ ਤਾਂ ਬੰਦਾ ਅਲਰਟ ਹੋ ਜਾਂਦਾ ਪਹਿਲਾਂ ਹੀ। ਤੇ ਇਹ ਕੱਲੀ ਮੈਰਿਜੂਆਨੇ ਦੀ ਗੱਲ ਨਹੀਂ, ਤੁਸੀਂ ਬਾਕੀ ਜਗ੍ਹਾ ਤੇ ਵੀ ਦੇਖਦੇ ਆ, ਅਕਸਰ ਲੋਕੀ ਧਿਆਨ ਨਹੀਂ ਦਿੰਦੇ। ਜੇ ਨਾਰਮਲ ਬੰਦਾ ਇਦਾਂ ਦੀਆਂ ਗੱਲਾਂ ਸੋਚਦਾ ਨਹੀਂ, ਰਿਸਰਚਰਸ ਸੋਚਦੇ ਆ। ਇਹ ਤੁਸੀਂ ਦੇਖਿਓ ਕਿ ਆਡੀਟਰ ਜਨਰਲ, ਪਹਿਲੀ ਤਾਂ ਗੱਲ ਉਹ ਬਹੁਤੇ ਸਾਰੇ ਡਿਪਾਰਟਮੈਂਟ ਤੋਂ ਆਡਿਟ ਕਰ ਨਹੀਂ ਸਕਦੇ, ਕਿਉਂਕਿ ਆਡੀਟਰ ਜਨਰਲ ਦੀ ਇੱਕ ਕਨਸਟੀਟਿਊਸ਼ਨਲ ਡਿਊਟੀ ਲਾਈ ਆ ਕਿ ਤੁਸੀਂ ਹਰ ਇੱਕ ਡਿਪਾਰਟਮੈਂਟ ਨੂੰ ਆਡਿਟ ਕਰਨਾ ਹੈ।
ਤੇ ਕਿਸੇ ਵੀ ਸਰਕਾਰ ਨੇ ਕਦੇ ਵੀ ਇੰਨੇ ਪੈਸੇ ਨਹੀਂ ਦਿੱਤੇ ਆਡੀਟਰ ਜਨਰਲ ਨੂੰ ਵੀ ਤੁਸੀਂ ਹੋਰ ਆਡੀਟਰਸ ਹਾਇਰ ਕਰ ਲਓ ਜੀ। ਉਹਨਾਂ ਦੇ ਕੋਲ ਇੰਨੀ ਘੱਟ ਫੋਰਸ ਹੁੰਦੀ ਆ ਨਫਰੀ ਬਹੁਤ ਘੱਟ ਹੈ। ਤੇ ਉਹ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਇਸ ਸਾਲ ਦੇ ਵਿੱਚ ਅਸੀਂ ਇੱਕ ਦੋ ਡਿਪਾਰਟਮੈਂਟ ਜਿਹੜੇ ਟਾਰਗੇਟ ਕਰਨੇ ਆ। ਤਾਂ ਉਹਨਾਂ ਦੀਆਂ ਫਿਰ ਧੱਜੀਆਂ ਉਡਾਉਂਦੇ ਉਹ ਚੰਗੀਆਂ, ਦੱਸਦੇ ਆ ਵੀ ਤੁਸੀਂ ਕਰਦੇ ਕੀ ਆ, ਤੁਹਾਡੀ ਮੈਂਡੇਟ ਆ ਸੀ, ਤੁਸੀਂ ਇਸ ਪ੍ਰੋਗਰਾਮ ਤੇ ਇੰਨੇ ਪੈਸੇ ਲਾਤੇ, ਇਸ ਪ੍ਰੋਗਰਾਮ ਤੇ ਇੰਨੇ ਪੈਸੇ ਲਾਤੇ। ਇਹਨਾਂ ਗੱਲਾਂ ਤੋਂ ਡਰਦੀਆਂ ਸਰਕਾਰਾਂ ਉਹਨਾਂ ਦੇ ਪਹਿਲਾਂ ਹੀ ਪਰ ਕੱਟ ਦਿੰਦੀਆਂ। ਪਰ ਕੱਟਣ ਦਾ ਤਰੀਕਾ ਆਹ ਹੀ ਹੈ ਕਿ ਨਫਰੀ ਦਿਓ, ਘੱਟ ਕਰ ਦਿਓ ਉਹਨਾਂ ਦੀ। ਕੀ ਕਰਨਗੇ? ਨਾ ਹੋ ਬਾਂਸ ਤਾਂ ਨਾ ਵੱਜੂ ਬਾਂਸਰੀ। ਸਹੀ ਗੱਲ ਹੈ, ਬਿਲਕੁਲ। ਫਿਰ ਹੋਰ ਡਿਪਾਰਟਮੈਂਟ ਵੀ ਹੋਰ ਰੈਗੂਲੇਸ਼ਨ। ਇੱਥੇ ਇੱਕ BC ਦੇ ਵਿੱਚ ਆਫਿਸ ਆ ਓਮਬਡਸਮੈਨ ਦਾ ਜੀ। ਓਮਬਡਸਮੈਨ ਦਾ ਇਹ ਸ਼ਬਦ ਆਇਆ ਸਵੀਡਿਸ਼ ਤੋਂ। ਉਹ ਬੰਦਾ ਬੈਠ ਕੇ ਇੱਕ ਉਹਨਾਂ ਨੇ ਐਕਟ ਦੇ ਅੰਡਰ ਕੰਮ ਕਰਦੇ ਆ। ਜੇ ਤੁਹਾਨੂੰ ਕੋਈ ਵੀ ਸਿਵਲ ਸਰਵਿਸ ਦੀ BC ਦੇ ਵਿੱਚ ਤਕਲੀਫ ਹੋਵੇ, ਤੁਸੀਂ ਉਹਨਾਂ ਦੇ ਦਫ਼ਤਰ ਜਾਂਦੇ ਆ, ਤੁਹਾਡੇ ਕੰਮ ਨਹੀਂ ਕੀਤਾ ਜਾਂ ਉਹਨਾਂ ਨੇ ਉਲਟਾ ਕੰਮ ਕਰ ਦਿੱਤਾ, ਤੁਸੀਂ ਓਮਬਡਸਮੈਨ ਕੋਲ ਸ਼ਿਕਾਇਤ ਲਾ ਸਕਦੇ। ਉਹ ਇਨਵੈਸਟੀਗੇਸ਼ਨ ਕਰਨਗੇ ਜੀ। ਹੁਣ ਪ੍ਰੋਪਰ ਤਰੀਕਾ ਤਾਂ ਇਹ ਆ ਵੀ ਜਿੰਨੇ ਉਹਨਾਂ ਦੇ ਕੋਲ ਫੋਰਸ ਹੋਣੀ ਚਾਹੀਦੀ। ਇਨਵੈਸਟੀਗੇਸ਼ਨ ਕਿਹੜੀ ਉਹਨਾਂ ਨੇ ਹਵਾ ਦੇ ਨਾਲ ਕਰ ਦੇਣੀ, ਬੰਦਿਆਂ ਨੇ ਜਾ ਕੇ ਕਰਨੀ। ਤੇ ਅਕਸਰ ਸਰਕਾਰਾਂ ਕੀ ਕਰਦੀਆਂ ਕਿ ਇਹਦੇ ਵੀ ਪਰਖ ਕੱਟਣ ਲਈ ਓਮਬਡਸਮੈਨ ਦੇ ਜੇ 500 ਬੰਦਾ ਚਾਹੀਦਾ, ਉਹਨੂੰ 50 ਬੰਦੇ ਦੇਣਗੇ ਵੀ ਕਰ ਲਾ ਜੋ ਕੁਝ ਕਰਨਾ। ਬਾਹਰ ਹਾਜ਼ਰੀ ਪੂਰੀ ਹੈ। ਦਿਖਾਲਤਾ ਆਇਆ, ਦਫ਼ਤਰ ਲਾਇਆ ਆ, ਉਹਦੇ ਸੀਨੀਅਰ ਅਫਸਰ ਬੈਠਾ ਆ, ਤਾਂ ਉਹਦੇ ਥੱਲੇ ਕੋਈ ਹੈ ਹੀ ਨਹੀਂ ਜਿਹੜਾ ਜਾਂਚ ਕਰੇ। ਜਿਹੜਾ ਜਾ ਕੇ ਉਹ ਕਈ ਵਾਰੀ ਉਹ ਕਹਿੰਦੇ ਵੀ ਆ, CBSE ਵਾਲਿਆਂ ਨੂੰ ਅਸੀਂ ਕਹਿੰਦੇ ਆ ਕਿ ਤੁਹਾਡੀ ਮੈਂਡੇਟ ਇਹ ਆ ਵੀ ਇੱਥੇ ਗੈਰ ਕਾਨੂੰਨੀ ਢੰਗ ਨਾਲ ਕੋਈ ਬੰਦਾ ਆਇਆ ਹੋਵੇ ਤਾਂ ਉਹਨੂੰ ਫੜਨਾ ਹੈ। ਤੁਸੀਂ ਐਕਚੁਅਲੀ ਫੋਨ ਕਰ ਦੋ ਉਹਨਾਂ ਵੀ ਫਲਾਣੇ ਥਾਂ ਤੇ ਬੰਦਾ ਗੈਰ ਕਾਨੂੰਨੀ ਰਹਿੰਦਾ ਹੈ, ਤਾਂ ਉਹ ਕੰਮ ਵੀ ਕਰਦਾ ਹੈ। ਇਹਨਾਂ ਦੇ ਕੋਲ ਫੋਰਸ ਹੀ ਹੈ ਨਹੀਂ ਜਿਹੜੀ ਆ ਜਾਣਗੇ। ਉਦਾਂ ਵੈਸੇ ਤੁਰੇ ਫਿਰਦੇ ਆ ਇੱਧਰ ਉੱਧਰ, ਤੇ ਕਿਤੇ ਹੱਥ ਕੋਈ ਆ ਜਾਵੇ ਤਾਂ ਉਹ ਖਬਰਾਂ ਦੇ ਵਿੱਚ ਵੀ ਆ ਜਾਂਦਾ, ਪਰ ਨਾਰਮਲੀ ਇਹ ਤੁਹਾਨੂੰ ਕਹਿਣਗੇ ਵੀ ਸਾਡੇ ਕੋਲ ਤਾਂ ਬੰਦਾ ਹੈ ਨਹੀਂ। ਰੈਗੂਲੇਸ਼ਨ ਕਿੱਥੋਂ ਤੁਸੀਂ ਇੰਪੋਜ਼ ਕਰਨੇ ਆ? ਬਿਲਕੁਲ। ਤੇ ਰੈਗੂਲੇਸ਼ਨ ਓਮਬਡਸਮੈਨ ਦੇ ਵੀ ਇਦਾਂ ਹੀ ਹੋਣੇ ਆ, ਹਿਊਮਨ ਰਾਈਟਸ ਤੇ ਵੀ ਇਦਾਂ ਹੀ ਹੋਣੇ ਆ। ਹਰ ਇੱਕ ਜਗ੍ਹਾ ਤੇ ਉਹ ਨਫਰੀ ਕੰਮ ਕਰਨ ਦੇ ਨਾਲ ਨਾ ਇਹਦੇ ਨਾਲ ਆਮ ਬੰਦਾ, ਜਿਹੜੀ ਆਮ ਲੋਕੀ ਵੋਟ ਪਾਉਣ ਵਾਲੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਕਿਹੜੇ ਕਿਹੜੇ ਡਿਪਾਰਟਮੈਂਟ 'ਚ ਕਿੰਨੀ ਨਫਰੀ ਚਾਹੀਦੀ ਆ ਤਾਂ ਕਿੰਨੀ ਹੈਗੀ ਆ। ਬਿਲਕੁਲ। ਉਹ ਜਦੋਂ ਆਡਿਟਿੰਗ ਕਰਦੇ ਆ, ਆਡਿਟਰ ਤੋਂ ਆਪਣੇ ਆਪ ਵੀ ਘੱਟ ਆ ਨਫਰੀ। ਜਦੋਂ ਇੱਕ ਅੱਧੇ ਡਿਪਾਰਟਮੈਂਟ ਦੇ ਪਿੱਛੇ ਪੈ ਜਾਂਦੇ ਨਾ, ਫਿਰ ਉਹ ਜ਼ਰੂਰ ਸਾਰੇ ਕੱਪੜੇ ਲਾ ਕੇ ਰੱਖ ਦਿੰਦੇ ਉਹਦੇ ਵੀ ਇਹਨਾਂ ਨੇ ਇਸ ਕੰਮ ਲਈ ਕੁਛ ਨਹੀਂ ਕੀਤਾ, ਇਹਨੇ ਇਸ ਕੰਮ ਲਈ ਕੁਛ ਨਹੀਂ ਕੀਤਾ, ਵੀ ਤੁਸੀਂ ਕਿਉਂ ਨਹੀਂ। ਜਿੱਦਾਂ CRA ਨੂੰ ਇਹਨਾਂ ਨੇ ਆਡਿਟ ਕੀਤਾ ਇਸ ਸਾਲ, ਉਹ ਕਹਿੰਦੇ ਜਿਹੜੇ ਪੈਸੇ ਲੋਕਾਂ ਨੇ ਲਏ ਸੀ, ਬਿਜ਼ਨਸ ਵਾਲਿਆਂ ਨੇ ਲਏ ਸੀ, ਕਈ ਤਾਂ ਲੋਨ ਲਏ ਸੀ, ਸਰਕਾਰ ਨੂੰ ਮੋੜੇ ਵੀ ਆ। ਉਹ CRA ਕਹਿੰਦੇ ਸਾਡੇ ਤੋਂ ਤਾਂ ਇੰਨੇ ਬੰਦੇ ਹੀ ਹੈ ਨਹੀਂ ਜਿਹੜੇ ਉਹਨਾਂ ਨੂੰ ਪੁੱਛਣ, ਅਗਰਾਈ ਕਰ ਲਈਏ। ਤੇ ਉਹ ਆਡਿਟ ਦਾ ਕਰਕੇ ਸਾਨੂੰ ਪਤਾ ਲੱਗਾ ਵੀ ਇਹ ਪੈਸੇ ਹੀ ਛੱਡ ਕੇ ਬੈਠੇ ਆ, ਮਤਲਬ ਹਿੰਮਤ ਹੀ ਹਾਰ ਗਿਆ ਵੀ ਅਸੀਂ ਲੈਣੇ ਨਹੀਂ ਹੈ। ਬਿਲਕੁਲ। ਅੱਛਾ, ਜਿਨ੍ਹਾਂ ਨੇ ਨਹੀਂ ਲੈਣੇ ਉਹਨਾਂ ਨੇ ਤਾਂ ਵਲੰਟੀਅਰ ਤਾਂ ਇਦਾਂ ਦੇ ਤਾਂ ਬੰਦੇ ਹੈ ਹੀ ਨਹੀਂ ਵੀ ਲਓ ਜੀ ਚੈੱਕ ਤੁਸੀਂ ਤੁਹਾਨੂੰ ਚੇਤਾ ਭੁੱਲ ਗਿਆ ਹੋਵੇ, ਮੈਨੂੰ ਚੇਤਾ ਆ। ਨਾ ਬਿਲਕੁਲ ਇਦਾਂ ਦਾ ਬੰਦਾ ਨਹੀਂ ਲੱਭਣਾ। ਤੇ ਜਿਨ੍ਹਾਂ ਨੇ ਕਿਤੇ ਪਹਿਲਾਂ ਧਮਕੀਆਂ ਤੋਂ ਕਈ ਡਰ ਵੀ ਜਾਂਦੇ ਆ, ਸ਼ਾਇਦ ਥੋੜੇ ਜਿਹੇ ਬੰਦਿਆਂ ਨੇ ਪੈਸੇ ਵਾਪਸ ਦੇ ਵੀ ਦਿੱਤੇ। ਤੇ ਜਦੋਂ ਉਹਨਾਂ ਨੂੰ ਮੁੜ ਕੇ ਫਿਰ ਦੁਬਾਰਾ ਚਿੱਠੀਆਂ ਆਈ ਜਾਂਦੀਆਂ, ਉਹ ਇਸ ਕਰਕੇ ਆਉਂਦੀਆਂ ਵੀ ਜਦੋਂ ਜਿਹੜੇ ਪੈਸੇ ਦਿੱਤੇ ਸੀ ਉਹਨਾਂ ਦੀਆਂ ਫਾਈਲਸ ਜਿਹੜੀਆਂ ਕੱਢ ਦੇਣੀਆਂ ਚਾਹੀਦੀਆਂ ਸੀ ਉਹਦੇ ਸਿਸਟਮ ਚੋਂ, ਉਹ ਕਿਸੇ ਨੇ ਕੱਢੀਆਂ ਹੀ ਨਹੀਂ, ਬੰਦੇ ਹੀ ਹੈ ਨਹੀਂ ਉਹਨਾਂ ਦੇ ਕੋਲ। ਉਹਨਾਂ ਨੂੰ ਵਾਰ-ਵਾਰ ਉਹੀ ਮੁੜ ਕੇ ਆਈ ਜਾਂਦਾ, ਹਾਂ ਤੁਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਦੁਆਰਾ ਕਰਾਓਗੇ, 6 ਮਹੀਨੇ ਬਾਅਦ ਕਹਿ ਦੇਣਗੇ ਕੋਈ ਗੱਲ ਨਹੀਂ, ਇਗਨੋਰ ਕਰ ਦਿਓ ਸਾਡਾ ਲੈਟਰ ਜਿਹੜਾ ਪਹਿਲਾਂ ਆਇਆ ਸੀ। ਪਰ ਉਹ 6 ਮਹੀਨੇ ਤਾਂ ਬੰਦਾ ਚਿੰਤਤ ਰਿਹਾ ਨਾ। ਬਿਲਕੁਲ। ਸੋ ਇਹ ਇੱਕ ਡਿਪਾਰਟਮੈਂਟ ਨਹੀਂ, ਕਈ ਡਿਪਾਰਟਮੈਂਟ ਇਦਾਂ ਕਰਦੇ। ਬਿਲਕੁਲ। ਸੋ ਡਾਕਟਰ ਸਾਹਿਬ, ਇੱਕ ਭਾਰਤੀ ਅਮਰੀਕੀ ਇੰਜੀਨੀਅਰ ਹੈ ਹਿਰਸ਼ਵਰਧਨ ਸਿੰਘ, ਉਹ ਅਮਰੀਕੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ। ਅਕਸਰ ਜਦੋਂ ਪਹਿਲਾਂ ਮਿਊਨਿਸਪਲ ਚ ਇਲੈਕਸ਼ਨ ਹੁੰਦੀਆਂ ਸੀ ਨਾ, ਤੇ ਅਕਸਰ ਜਿਹੜੇ ਰੀਅਲ ਸਟੇਟ ਏਜੰਟਸ ਆ ਜੀ, ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਚਲਾਕ ਬੰਦਾ ਹੁੰਦਾ ਸੀ ਵੀ ਚਲੋ
ਮੈਂ ਜੇ ਇਲੈਕਸ਼ਨ ਲਈ ਖੜਾ ਹੋ ਜਾਵਾਂ, ਮੇਅਰ ਲਈ ਖੜਾ ਹੋ ਜਾਵਾਂ, ਉਦੋਂ ਤੁਹਾਡੀ ਫ੍ਰੀ ਪਬਲਿਸਿਟੀ ਹੋ ਜਾਂਦੀ ਹੈ। ਨਹੀਂ ਤਾਂ ਫਿਰ ਤੁਹਾਨੂੰ ਐਡਾਂ ਦੇਣੀਆਂ ਪੈਂਦੀਆਂ, ਪੇਪਰ ਦੇਣੀਆਂ ਪੈਂਦੀਆਂ, ਰੇਡੀਓ ਤੇ ਦੇਣੀਆਂ ਪੈਂਦੀਆਂ, ਟੀਵੀ ਤੇ ਦੇਣੀਆਂ ਪੈਂਦੀਆਂ। ਉਹ ਵੈਸੇ ਹੀ ਐਡ ਹੋ ਜਾਂਦੀ ਤੁਹਾਡੀ, ਤੇ ਉਹਦੇ ਨਾਲ ਉਹਨਾਂ ਨੂੰ ਹੁੰਦਾ ਸੀ ਵੀ ਸਾਡੀ ਸੇਲਸ ਵਧੂਗੀ। ਇਹ ਲੱਗਦਾ ਇਹਨਾਂ ਨੇ ਵੀ ਕੋਈ ਬਿਜ਼ਨਸ ਵਧਾਉਣਾ ਲੱਗਦਾ। ਬੰਦੇ ਦਾ ਕਦੇ ਨਾਂ ਨਹੀਂ ਸੁਣਿਆ। ਪੋਲੀਟੀਕਲੀ ਬੰਦਾ ਜਾਂ ਤਾਂ ਕਮੈਂਟ ਕਿਤੇ ਕਰਦਾ ਰਿਹਾ ਹੋਵੇ ਜਾਂ ਕੋਈ ਐਜੀਟੇਸ਼ਨ ਲਾਂਚ ਕੀਤੀ ਹੋਵੇ। ਮਤਲਬ ਪੋਲਿਟਿਕਸ ਦੇ ਫੀਲਡ ਦੇ ਵਿੱਚ ਵੀ ਜਿੱਦਾਂ ਕੁਮਾਰਾ ਸਵਾਮੀ ਆ, ਉਹਦਾ ਵੀ ਕੋਈ ਰੈਕੋਰਡ ਨਹੀਂ ਹੈ। ਨਿੱਕੀ ਹੇਲੀ ਤੁਸੀਂ ਦੱਸ ਸਕਦੇ ਆ, ਇੱਕ ਹਾਂ ਬਿਲਕੁਲ ਨਿੱਕੀ ਹੇਲੀ ਦਾ ਤਾਂ ਹੈ, ਗਵਰਨਰ ਰਹੀ ਇੱਕ ਸਟੇਟ ਦੀ। ਠੀਕ ਹੈ, ਉਹ ਜਿੱਤੇ ਜਾਂ ਹਾਰੇ ਉਹਦੀ ਇਸ਼ੂ ਨਹੀਂ ਆ, ਉਹ ਕਮ ਸੇ ਕਮ ਪੋਲਿਟਿਕਸ ਦੇ ਵਿੱਚ ਰਹੀ ਹੈ, ਸਟੈਂਡ ਤਾਂ ਕਰਦੀ ਹੈ ਨਾ। ਇਹਨਾਂ ਬੰਦਿਆਂ ਦਾ ਕਿਸੇ ਨੇ ਨਾਂ ਨਹੀਂ ਸੁਣਿਆ। ਪਹਿਲਾਂ ਕੁਛ ਇੱਕ ਜਿਹੜੀਆਂ ਕੰਡੀਸ਼ਨਸ ਲਾਈਆਂ ਹੈ ਨਾ ਵੀ ਤੁਸੀਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਕਿਵੇਂ ਬਣਨਾ, ਪਹਿਲੇ ਤਾਂ ਅਗਰ ਡੈਲੀਗੇਟ ਜਿੱਤੂਗਾ ਤਾਂ ਬਣੂਗਾ, ਉਹ ਤਾਂ ਵੱਡੀ ਗੱਲ ਆ ਬਾਅਦ ਦੀ। ਪਹਿਲਾਂ ਹੁੰਦਾ ਸੀ, ਪਹਿਲਾਂ ਹੈਗਾ ਆ ਵੀ ਤੁਸੀਂ ਨੰਬਰ ਆਫ ਸਟੇਟਸ ਦੇ ਵਿੱਚੋਂ ਇੱਕ ਜਗ੍ਹਾ ਤੋਂ ਨਹੀਂ ਵੀ ਇੰਨੇ ਸਿਗਨੇਚਰ ਕਰਾ ਲਓ, ਨੰਬਰ ਆਫ ਸਟੇਟਸ ਤੋਂ ਕਰਾਉਣੇ ਪੈਂਦੇ ਆ। ਤਾਂ ਉਹਨਾਂ ਦੇ ਵਿੱਚੋਂ ਨੰਬਰ ਆਫ ਕੰਗਰੈਸ਼ਨਲ ਹਲਕੇ, ਜਿਹਨੂੰ ਅਸੀਂ ਕਹਿੰਦੇ ਲੋਕ ਸਭਾ ਦੇ ਹਲਕੇ ਨਾ, ਉਹਨਾਂ ਦੇ ਵਿੱਚੋਂ ਵੱਖ-ਵੱਖ, ਜੇ ਵਾਸ਼ਿੰਗਟਨ ਸਟੇਟ ਦੇ ਵਿੱਚ ਆਉਣਾ ਹੈ, ਉਹ ਕਹਿਣਗੇ ਵੀ ਇੱਥੋਂ 7 ਹਲਕਿਆਂ ਦੇ ਵਿੱਚੋਂ ਸਾਈਨ ਕਰਾ ਕੇ ਲਿਆ, ਇੰਨੇ ਬੰਦਿਆਂ ਦੇ। ਇਹ ਪਹਿਲਾਂ ਹੁੰਦਾ ਸੀ, ਉਹੀ ਬੰਦੇ ਕਰਾ ਸਕਦੇ ਸੀ ਜਿਹੜੇ ਪੋਲਿਟਿਕਸ ਦੇ ਵਿੱਚ ਆਪ ਹੁੰਦੇ ਸੀ ਜੀ, ਕਿਉਂਕਿ ਉਹੀ ਬੰਦਿਆਂ ਦੇ ਲਿੰਕ ਹੋਣੇ ਆ। ਆਮ ਬੰਦੇ ਦਾ ਲਿੰਕ ਹੁੰਦੇ ਨੇ, ਕਿਸੇ ਬੰਦੇ ਨੂੰ ਤਾਂ ਸਿਐਟਲ ਤੋਂ ਬਾਹਰ ਬੰਦਾ ਹੀ ਨਹੀਂ ਕੋਈ ਜਾਣਦਾ ਹੋਣਾ। ਬਿਲਕੁਲ, ਇੰਨੇ ਬੰਦਿਆਂ ਦੇ ਕਿੱਥੋਂ ਸਿਗਨੇਚਰ ਕਰਾਉਣੇ। ਫਿਰ ਉਹਨਾਂ ਨੇ ਇੱਕ ਪੋਜੀਸ਼ਨ ਨਾਲ ਕੰਡੀਸ਼ਨ ਹੋਰ ਲਾਈ ਸੀ ਵੀ ਇੰਨੇ ਬੰਦੇ ਤੁਹਾਨੂੰ ਕੰਟਰੀਬਿਊਟ ਕਰਨੇ ਚਾਹੀਦੇ ਆ। ਇਹ ਨਹੀਂ ਵੀ ਇੱਕ ਹੀ ਬੰਦਾ ਕਹੇ ਆਹ ਲੈ ਚੈੱਕ 1 ਬਿਲੀਅਨ ਦੀ ਤਾਂ ਚੱਲ ਇਲੈਕਸ਼ਨ ਲੜ। ਉੱਥੇ ਵੀ ਆਪਣੇ ਭਾਰਤ ਦੇ ਵਿੱਚ ਰਾਸ਼ਟਰਪਤੀ ਦੀ ਇੱਕ ਇਲੈਕਸ਼ਨ ਲੜਦਾ ਹੁੰਦਾ ਸੀ ਧਰਤੀ ਧੱਕ ਸਿੰਘ, ਕੋਈ ਇਸ ਤਰ੍ਹਾਂ ਦਾ ਸੀਗਾ। ਉਹ ਹਰੇਕ ਵਾਰੀ ਖੜਾ ਹੋ ਜਾਂਦਾ ਸੀ, ਪਤਾ ਨਹੀਂ ਕਿਹੜੇ ਐਮਪੀਆਂ ਤੋਂ ਸਾਈਨ ਕਰਵਾ ਕੇ ਲਿਆਉਂਦਾ ਸੀ। ਉਹ ਕੋਈ ਨਾ ਕੋਈ ਸ਼ਰਾਰਤ ਨਾਲ ਹੀ ਕਰ ਦਿੰਦੇ ਜੀ, ਗੁਪਤ ਤਰੀਕੇ ਨਾਲ ਲੱਭ ਲਿਆ ਹੋਣਾ ਨਾ। ਇੱਥੇ ਹੁਣ ਕੰਪਨੀਆਂ ਬਣੀਆਂ ਆ ਜਿਹੜੀਆਂ ਤੁਹਾਨੂੰ ਸਿਗਨੇਚਰ, ਪਿਛਲੇ ਮਿਸ਼ੀਗਨ ਚ ਕੁਝ ਕੰਪਨੀਆਂ ਤੇ ਕੁਝ ਕਾਂਗਰਸਮੈਨ ਚਾਰਜ ਵੀ ਕੀਤੇ ਸੀ ਉਹਨਾਂ ਨੇ ਨੰਬਰ ਆਫ ਸਿਗਨੇਚਰਸ ਗਵਰਨਰ ਨੂੰ ਦੇਣੇ ਸੀ, ਤੇ ਉਹਨਾਂ ਦਾ 10,000 ਕੁਝ 14,000 ਦਾ ਨੰਬਰ ਸੀ ਉਹਨਾਂ ਦਾ। ਤੇ ਕੰਪਨੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦੀਆਂ। ਉਹ ਅੱਗੇ ਵਾਲਾ ਕੰਮ ਚਲਾ ਗਿਆ ਵੀ ਤੁਹਾਨੂੰ ਜਾਣਦੇ ਬਣੇ ਹੋਣ, ਉਹਨੂੰ ਬੰਦੇ ਨੂੰ ਹੋ ਸਕਦਾ ਕੋਈ ਵੀ ਨਾ ਜਾਣਦਾ ਹੋਵੇ। 10,000 ਸਿਗਨੇਚਰ ਚਾਹੀਦਾ, ਆਪ ਆਏ। ਤਾਂ ਉਹਨਾਂ ਦੀਆਂ ਕੰਪਨੀਆਂ ਕੀ ਕਰਦੀਆਂ ਸੀ, ਉਹ ਇਲੈਕਟੋਰਲ ਲਿਸਟ ਲੈ ਲੈਂਦੀਆਂ ਸੀ, ਤਾਂ ਉਹ ਚੋਂ ਬੰਦਿਆਂ ਦੇ ਨਾਮ ਪੜ੍ਹ ਕੇ ਤਾਂ ਉਹ ਲਿਖ ਦਿੰਦੀਆਂ ਸੀ, ਤਾਂ ਆਪ ਹੀ ਸਾਈਨ ਕਰ ਦਿੰਦੇ ਸੀ। ਜੇ ਚ ਫਰਾਡ ਚ ਫਸੇ ਗਏ ਜੀ, ਨਹੀਂ ਤਾਂ ਨਾਰਮਲੀ ਤਾਂ ਚਲੋ ਜਾ ਕੇ ਸਾਈਨ ਕਰਾ ਸਕਦੇ ਹਾਂ। ਬਿਲਕੁਲ, ਬਹੁਤੀਆਂ ਕੰਪਨੀਆਂ ਹੁਣ ਇੱਕ ਜਿੱਦਾਂ ਕੰਡੀਸ਼ਨ ਹੋਵੇ ਵੀ ਤੁਹਾਨੂੰ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣਨ ਲਈ 40,000 ਬੰਦੇ ਸਾਰੇ ਯੂਐਸ ਦੇ ਵਿੱਚੋਂ, ਕੱਲੇ ਮਤਲਬ ਇੱਕ ਹੀ ਜਗ੍ਹਾ ਤੋਂ ਨਾ ਹੋਣ, ਯੂਐਸ ਦੇ ਵਿੱਚੋਂ ਇੰਨੇ ਸਟੇਟਸ ਹੋਣ, ਇੰਨੇ ਹਲਕੇ ਹੋਣ, ਤੇ ਉਹ ਤੁਹਾਨੂੰ ਕੰਟਰੀਬਿਊਟ ਕਰਨ। ਮਤਲਬ ਇਦਾਂ ਨਾ ਹੋ ਵੀ ਇੱਕ ਹੀ ਬੰਦਾ ਦੇਈ ਜਾਂਦਾ ਨਾ ਜੀ। ਉਹ ਜਿਹੜੀਆਂ ਕੰਪਨੀਆਂ ਆ ਉਹ ਆ ਜਾਂਦੀਆਂ ਐਕਸ਼ਨ ਦੇ ਵਿੱਚ। ਬਹੁਤ ਵਧੀਆ ਕੰਪਨੀਆਂ ਕਹਿੰਦੇ ਅਸੀਂ ਤੁਹਾਡੇ ਲਈ ਪੈਸੇ ਇਕੱਠੇ ਕਰ ਦਿੰਦੇ। ਇੱਕ ਕੰਪਨੀ ਨੇ ਬੜਾ ਯੂਨੀਕ ਜਿਹਾ ਆਈਡੀਆ ਲੱਭਿਆ, ਉਹਨਾਂ ਨੇ ਕਿਹਾ ਵੀ ਬੰਦਿਆਂ ਨੂੰ, ਲੋਕਾਂ ਨੂੰ ਅਪਰੋਚ ਕਰਦੇ ਆ ਵੀ ਤੁਸੀਂ $1 ਕੰਟਰੀਬਿਊਟ ਕਰੋ, ਕਿਉਂਕਿ ਇਹ ਅਮਾਉਂਟ ਨਹੀਂ ਉਹਨਾਂ ਨੇ ਲਿਖਿਆ ਵੀ ਕਿੰਨੇ ਹੋਣੇ ਚਾਹੀਦੇ ਕੰਟਰੀਬਿਊਟ, ਜ਼ਰੂਰੀ ਨਹੀਂ ਵੀ 1000 ਕਰੋ ਜਾਂ 1 ਕਰੋ ਜੀ। ਕੰਟਰੀਬਿਊਸ਼ਨ ਇਜ਼ ਕੰਟਰੀਬਿਊਸ਼ਨ। ਬਿਲਕੁਲ, ਉਹਨਾਂ ਨੇ ਕਿਹਾ ਵੀ $1 ਕੰਟਰੀਬਿਊਟ ਕਰੋ, ਤੇ ਇਹਦੇ ਵਿੱਚ ਤੁਹਾਨੂੰ ਚਾਂਸ ਆ, ਉਹਨਾਂ ਨੇ ਕੁਝ ਨਾਮ ਰੱਖੇ ਸੀ ਵੀ ਤੁਸੀਂ 2.5 ਲੱਖ ਜਿੱਤ ਸਕਦੇ ਆ, 5 ਲੱਖ ਜਿੱਤ ਸਕਦੇ ਆ, ਮਿਲੀਅਨ ਜਿੱਤ ਸਕਦੇ ਆ। ਇੱਕ ਤਾਂ ਉਹ ਪੈਸੇ ਬਣਾਵੇ ਇੰਨੇ ਆ ਤੇ ਕੋਲੋਂ 40,000 ਬੰਦੇ ਨੇ $1 ਵੀ ਦਿੱਤਾ ਹੈ, ਉਹਨਾਂ ਨੇ ਪੈਸੇ ਬਣਾ ਲਏ। ਲਾਟਰੀ ਦੀਆਂ ਟਿਕਟਾਂ ਹੀ ਹੋ ਗਈਆਂ, ਲਾਟਰੀ ਦੀਆਂ ਟਿਕਟਾਂ ਹੋ ਗਈਆਂ। ਤਾਂ ਉਹ ਜਿਹੜੀ ਕੰਡੀਸ਼ਨ ਆ ਉਹ ਪੂਰੀ ਹੋ ਗਈ ਜੀ। ਸੋ ਇਹਨਾਂ ਬੰਦਿਆਂ ਨੇ ਜਿੱਦਾਂ ਹਰਸ਼ਵਰਧਨ ਵਰਗਿਆਂ ਨੇ ਇਹ ਕੰਪਨੀਆਂ ਹਾਇਰ ਕੀਤੀਆਂ ਆ। ਮਤਲਬ ਕੰਪਨੀ, ਇਹਨਾਂ ਨੇ ਪੈਸੇ ਹੈਗੇ ਆ, ਪੈਸੇ ਇਕੱਠੇ ਕੀਤੇ ਹੋਣੇ ਰਿਸ਼ਤੇਦਾਰਾਂ ਤੋਂ, ਤਾਂ ਨਾਂ ਬਣਾਉਣ ਲਈ। ਹਿੰਦੁਸਤਾਨ ਦੇ ਵਿੱਚ ਤਾਂ ਮੀਡੀਆ ਇਦਾਂ ਦਾ ਆ ਨਾ, ਉਹਨਾਂ ਨੇ ਜਿੱਦਾਂ ਜਗਬਾਣੀ ਵਾਲਿਆਂ ਨੇ ਅੱਜ ਤੋਂ 10 ਸਾਲ ਪਹਿਲਾਂ ਦਾ ਜਗਮੀਤ ਸਿੰਘ ਪ੍ਰਾਈਮ ਮਿਨਿਸਟਰ ਬਣਾਇਆ ਕੈਨੇਡਾ ਦਾ, ਤੇ ਉਹ ਨਾ 3 ਚੋਂ ਆ ਨਾ 13 ਚੋਂ। ਸਾਨੂੰ ਪਤਾ ਵੀ ਉਹਨੇ ਨਹੀਂ ਕਦੇ ਬਣਨਾ ਜੀ।
ਕਦੇ ਵੀ ਪ੍ਰਾਈਮ ਮਿਨਿਸਟਰ ਉਹਨੇ ਨਹੀਂ ਬਣਨਾ। ਹਾਂ, ਇਹਨੇ ਯੋਗਾ ਹੈ ਨਹੀਂਗਾ, ਪਰ ਉਹਨਾਂ ਨੇ ਬਣਾ ਕੇ ਰੱਖਿਆ ਹੈ ਉਹਨੂੰ। ਬਹੁਤਿਆਂ ਨੇ ਤਾਂ ਨਿੱਕੀ ਹੇਲੀ ਵੀ ਬਣਾਈ ਹੈ ਪ੍ਰੈਜ਼ੀਡੈਂਟ। ਇਹਨਾਂ ਦੇ ਵਿੱਚੋਂ ਹਾਂ ਉਹਦੇ ਚਾਂਸ ਸੀਗੇ, ਪਰ ਜੇ ਉਹ ਰਾਈਟ ਪਲੇਟਫਾਰਮ ਤੇ ਆ ਕੇ ਕੋਈ ਮਤਲਬ ਸਟੈਂਡ ਤਾਂ ਲਵੇ ਨਾ ਕਿਸੇ ਦੇ, ਜਦੋਂ ਸਟੈਂਡ ਹੀ ਨਹੀਂ ਲੈਣਾ, ਉਹਦਾ ਪਹਿਲਾਂ ਟਰੰਪ ਦੇ ਨਾਲ ਕੰਮ ਕਰਦੀ ਸੀ, ਉਹਦੀ ਜੂਨੀਅਰ ਪਾਰਟਨਰ ਬਣੀ ਸੀ, ਉਹਨੇ ਅਪਾਇੰਟਮੈਂਟਸ ਦਿੱਤੀਆਂ, ਹੁਣ ਉਹਦੇ ਖਿਲਾਫ ਖੜ ਗਈ ਹੈ। ਤੇ ਇਹ ਨਹੀਂ ਹੈ ਵੀ ਕੋਈ ਪ੍ਰੋਗਰਾਮ ਹੀ ਆਪਣਾ ਇਦਾਂ ਦਾ ਹੋਵੇ ਜਿਹੜਾ ਕਵੇ ਮੇਰੇ ਤਾਂ ਟਰੰਪ ਦੇ ਵਿੱਚ ਆਹ ਡਿਫਰੈਂਸ ਆ ਗਏ। ਬਾਈ ਹੁੱਕ ਐਂਡ ਕਰੋਕ ਵਾਲੀ ਗੱਲ ਹੀ ਹੈ, ਜਿਵੇਂ ਮਰਜ਼ੀ ਹੋਵੇ। ਸੋ ਆਹ ਜਿਹੜੇ ਬੰਦੇ ਆਏ ਆ ਆਪਣਾ ਨਾਮ ਬਣਾਉਣ ਲਈ ਨਾ, ਬੈਟਰ ਹੈ ਵੀ ਤੁਸੀਂ ਉਦਾਂ ਐਡ ਕਰ ਦਿਓ ਕਿਸੇ ਰੇਡੀਓ ਤੇ ਵੀ ਮੈਂ ਵੀ ਬੰਦਾ ਆਇਆ, ਕੋਈ ਮੇਰਾ ਪ੍ਰੋਡਕਟ ਵੀ ਖਰੀਦ ਲਓ। ਇਹਨਾਂ ਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤਾਂ ਕੀ ਦੂਰ ਦੀ ਹੈ, ਇਹਨਾਂ ਨੂੰ ਲੋਕਲ ਇਲੈਕਸ਼ਨ ਘਰ ਦਾ ਵੀ ਕਿਸੇ ਨੇ ਸਰਪੰਚ ਨਹੀਂ ਬਣਾਉਣਾ ਜੀ। ਬਿਲਕੁਲ ਇਦਾਂ ਦੇ ਬੰਦੇ ਆ। ਬਿਲਕੁਲ। ਸੋ ਡਾਕਟਰ ਸਾਹਿਬ ਅਗਲੀ ਖਬਰ ਵੱਲ ਵਧਦੇ ਹਾਂ। ਜ਼ੈਲੈਂਸਕੀ ਨੇ ਕ੍ਰਿਸਮਸ ਦੀ ਜਿਹੜੀ ਅਫੀਸ਼ੀਅਲ ਛੁੱਟੀ ਸੀ ਉਹਦਾ ਤਬਦੀਲ ਕਰਤੀ ਜੀ, ਇਹਦਾ ਕੀ ਕਾਰਨ ਹੈ ਜੀ? ਕੈਲੰਡਰਾਂ ਦਾ ਰੌਲਾ ਪੈ ਗਿਆ ਜੀ। ਦੇਖੋ ਇੱਕ ਨਾਨਕਸ਼ਾਹੀ ਕੈਲੰਡਰ ਆ ਗਿਆ ਜਦੋਂ ਨਫ਼ਰਤ ਪੈਦਾ ਕਰਦੇ ਆ ਨਾ ਜੀ। ਹੁਣ ਨਫ਼ਰਤ ਤਾਂ ਹੋਣੀ ਆ, ਉਹਨਾਂ ਨੇ ਰਸ਼ੀਆ ਦੇ ਨਾਲ ਲੜਾਈ ਹੋਈ ਹੈ। ਇਦੋਂ ਪਹਿਲਾਂ ਵੀ ਜਦੋਂ ਰਸ਼ੀਆ ਵਾਲਿਆਂ ਨੇ ਹਮਲਾ ਵੀ ਕੀਤਾ ਆ, ਜਿਹੜੇ ਰਸ਼ੀਅਨ ਬੋਲੀ ਬੋਲਦੇ ਸੀ ਉੱਥੇ, ਰਸ਼ੀਅਨ ਐਥਨਿਕ ਵੀ ਰਹਿੰਦੇ ਨਾ ਯੂਕਰੇਨ ਦੇ ਵਿੱਚ, ਹਾਂਜੀ ਹਾਂਜੀ, ਈਸਟਰਨ ਪਾਰਟ ਦੇ ਵਿੱਚ ਉਹ ਸਾਰੇ ਰਸ਼ੀਅਨ ਹੀ ਰਹਿੰਦੇ ਆ, ਮੈਜੋਰਟੀ ਰਸ਼ੀਅਨ ਹੈ ਜੀ। ਤੇ ਇਹਨਾਂ ਨੇ ਰਸ਼ੀਅਨ ਲੈਂਗੁਏਜ ਬੈਨ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਤੇ ਹਮਲੇ ਕਰਦੇ ਹੁੰਦੇ ਸੀ। ਜਿਵੇਂ ਹਿੰਦੂ ਇਕੱਠੇ ਕਰ ਲਓ, ਮੁਸਲਮਾਨਾਂ ਤੇ ਹਮਲਾ ਕਰਨੇ, ਮੁਸਲਮਾਨ ਇਕੱਠੇ ਕਰ ਲਓ, ਹਿੰਦੂਆਂ ਦੇ ਇਕੱਠੇ, ਇਦਾਂ ਹੀ ਇਹ ਕਰਦੇ ਹੁੰਦੇ ਸੀ। ਤੇ ਹੁਣ ਫਿਰ ਰਸ਼ੀਅਨ ਲਿਟਰੇਚਰ ਇਹਨਾਂ ਨੇ ਬੰਦ ਕੀਤਾ ਜੀ, ਸਭ ਕੁਝ ਕਰਦੇ, ਤੇ ਅਖੀਰ ਦੇ ਵਿੱਚ ਹੁਣ ਆ ਗਏ ਕੈਲੰਡਰ ਦੀ ਇਸ਼ੂ ਬਣਾ ਲਈ ਉਹਨਾਂ ਨੇ। ਕ੍ਰਿਸਚੀਅਨ ਧਰਮ ਦੇ ਵਿੱਚ ਦੋ ਤਰ੍ਹਾਂ ਦਾ ਕੈਲੰਡਰ ਯੂਜ਼ ਕਰਦੇ ਆ ਜੀ। ਇੱਕ ਤਾਂ ਜੂਲੀਅਨ ਕੈਲੰਡਰ ਹੈ, ਜਿਹੜਾ ਕਿ ਗ੍ਰੀਕ ਆਰਥੋਡਾਕਸ ਚਰਚ ਵਾਲੇ ਕਰਦੇ ਆ ਜੀ। ਰਸ਼ੀਆ ਵਾਲਿਆਂ ਦਾ ਤੇ ਯੂਕਰੇਨ ਵਾਲਿਆਂ ਦਾ ਧਰਮ ਇੱਕੋ ਹੀ ਆ। ਇਹ ਹੈਗਾ ਕ੍ਰਿਸਚੀਅਨ, ਜਿਹੜੀ ਕ੍ਰਿਸਚੀਅਨਿਟੀ ਦੀਆਂ ਕਈ ਬ੍ਰਾਂਚਸ ਆ ਨਾ ਜੀ ਜੀ, ਕੈਥੋਲਿਕਸ ਆ, ਬੈਪਟਿਸਟ ਆ, ਇਹ ਗ੍ਰੀਕ ਆਰਥੋਡਾਕਸ ਇਹਨੂੰ ਕਹਿੰਦੇ ਆ ਜੀ। 988 ਦੇ ਵਿੱਚ ਵਲਾਦੀਮੀਰ ਫਰਸਟ ਜਿਹੜਾ ਜ਼ਾਰ ਹੁੰਦਾ ਸੀ ਜੀ, ਉਦੋਂ ਪਹਿਲਾਂ ਜਿਹੜੇ ਇਹਨਾਂ ਦੇ ਕੋਈ ਇੱਕ ਆਰਗੇਨਾਈਜ਼ ਧਰਮ ਹੈ ਨਹੀਂ ਸੀ, ਜਿੱਦਾਂ ਹੁਣ ਅਸੀਂ ਆਰਗੇਨਾਈਜ਼ ਕਹਿੰਦੇ ਆ ਨਾ, ਜਿਨ੍ਹਾਂ ਦੇ ਇੱਕ ਵਾਇਸ ਹੋਵੇ, ਮਤਲਬ ਕੋਈ ਉਹਨਾਂ ਦੀ ਸੈਂਟਰਲਾਈਜ਼ਡ ਅਥਾਰਟੀ ਹੋਵੇ ਜੀ, ਤੇ ਉਹਨਾਂ ਦੇ ਡੂਜ਼ ਐਂਡ ਡੋਂਟਸ ਹੋਣ। ਇਹਨਾਂ ਦੇ ਹੁੰਦੇ ਸੀ ਪੇਗਨ, ਇਹ ਮਤਲਬ ਕੱਲੇ ਰਸ਼ੀਆ 'ਚ ਨਹੀਂ ਸੀ, ਸਾਰੇ ਯੂਰਪ 'ਚ ਹੀ ਇਦਾਂ ਦੇ ਸੀ ਜੀ, ਜਿਹੜੇ ਕਿ ਘੋੜੇ ਵੱਢ ਤੇ ਗਾਈਆਂ ਵੱਢਤੀਆਂ ਰੱਬ ਨੂੰ ਖੁਸ਼ ਕਰਨ ਲਈ। ਪਰ ਉਹਨਾਂ ਦੇ ਵਿੱਚ ਇਦਾਂ ਦੀ ਕੋਈ ਆਰਗੇਨਾਈਜੇਸ਼ਨ ਨਹੀਂ, ਕੋਈ ਇਦਾਂ ਦਾ ਚਰਚ ਹੈ ਨਹੀਂ ਸੀ, ਕੋਈ ਟੈਂਪਲ ਨਹੀਂ ਸੀ, ਕੋਈ ਸਿਨਾਗੋਗ ਨਹੀਂ ਸੀ। ਤਾਂ ਉਹ ਬੜੇ ਤੁਰੇ ਫਿਰਦੇ ਸੀ ਉੱਥੇ। ਤੇ ਉਹ ਵਲਾਦੀਮੀਰ ਨੇ ਸੋਚਿਆ ਵੀ ਇੱਕ ਧਰਮ ਚਾਹੀਦਾ, ਵੀ ਜਿਹੜੇ ਦੇਸ਼ਾਂ ਦੇ ਵਿੱਚ ਮੈਂ ਦੇਖਦਾ ਵੀ ਆਰਗੇਨਾਈਜੇਸ਼ਨ, ਉਹਨੇ ਦੇਖਿਆ ਨਾ ਕਈਆਂ ਇੱਕ ਬੰਦੇ ਨੂੰ ਫੜ ਕੇ ਕਹਿੰਦੇ ਵੀ ਚਾਹ ਇਹਨਾਂ ਨੂੰ ਆਰਡਰ ਕਰ, ਇਦਾਂ ਕਰਨ ਜੀ। ਤੇ ਉਹਨੇ ਬੰਦੇ ਆਪਣੇ ਐਮਿਸਰੀਜ਼ ਭੇਜੇ ਉੱਥੋਂ ਵੀ ਤੁਸੀਂ ਵੱਖ-ਵੱਖ ਧਰਮ ਸਟੱਡੀ ਕਰਕੇ ਆਓ ਜੀ। ਇੱਕ ਜਿਹੜੇ ਕੋਈ ਕਿਤੇ ਭੇਜਿਆ, ਕੋਈ ਕਿਤੇ ਭੇਜਿਆ। ਸਭ ਤੋਂ ਜਿਹੜੀ ਪ੍ਰਾਇੋਰਟੀ ਉਹਨੇ ਦਿੱਤੀ ਨਾ, ਉਹ ਜਿਹੜਾ ਡੈਲੀਗੇਸ਼ਨ ਭੇਜਿਆ ਸੀ ਇਸਲਾਮ ਨੂੰ ਸਟੱਡੀ ਕਰਨ ਲਈ। ਤਾਂ ਇਹ ਉਦੋਂ ਦੀ ਗੱਲ ਹੈ ਜਦੋਂ ਕੀਵ, ਹੁਣ ਕੀਵ ਯੂਕਰੇਨ ਦੀ ਰਾਜਧਾਨੀ ਆ, ਉਦੋਂ ਇਕੱਠਾ ਜਿਹੜਾ ਰਸ਼ੀਆ ਤਾਂ ਕੀਵ ਯੂਕਰੇਨ ਇਕੱਠਾ ਹੀ ਹੁੰਦਾ ਸੀ, ਤਾਂ ਉਦੋਂ ਵੀ ਕੀਵ ਉਹਦੀ ਰਾਜਧਾਨੀ ਹੁੰਦੀ ਸੀ ਜੀ। ਇਹ ਉਸ ਜ਼ਾਰ ਦੀ ਗੱਲ ਕਰਦੇ ਜੀ ਜੀ। ਤੇ ਉਹਨਾਂ ਨੇ ਕਿਹਾ ਵੀ ਇਸਲਾਮ ਸਾਡਾ ਜਿਹੜਾ ਧਰਮ ਆ, ਇਸਲਾਮ ਦੇ ਵਿੱਚ ਬਹੁਤ ਕੱਟੜਪੰਥੀ ਆ, ਉਹਨਾਂ ਦੇ ਜਿਹੜੇ ਹੈੱਡ ਨੂੰ ਇੱਕ ਵਾਰੀ ਕਹਿ ਦਿਓ ਤੇ ਉਹਦੇ ਕਹੇ ਤੇ ਬੰਦੇ ਸਾਰੇ ਹੀ ਰਾਜੇ ਦੀ ਸਪੋਰਟ ਕਰਨਗੇ। ਇੰਨੀ ਵਧੀਆ ਉਹਨਾਂ ਦੀ ਆਰਗੇਨਾਈਜੇਸ਼ਨ ਹੈ। ਤੇ ਉਹਨਾਂ ਨੇ ਕਹਿੰਦੇ ਕਿ ਜਿਹੜੀ ਸਟੋਰੀ ਬਣਾਈ ਉਹ ਕਹਿੰਦੇ ਚਲੋ ਫਿਰ ਕਰਦੇ, ਲਿਆਓ ਵਾਈਨ, ਆਪਾਂ ਕਰਦੇ ਆ ਸੈਲੀਬ੍ਰੇਟ। ਉਹ ਕਹਿੰਦੇ ਜੀ ਨਹੀਂ, ਇਹ ਇਸਲਾਮ ਦੇ ਵਿੱਚ ਵਾਈਨ ਨਹੀਂ ਪੀ ਸਕਦੇ। ਉਹ ਕਹਿੰਦਾ ਇਹ ਪਰਹੇਜ਼ ਰੱਖੋ, ਕੋਈ ਹੋਰ ਧਰਮ ਦੀ ਗੱਲ ਕਰੋ, ਇਹ ਸਾਡੇ ਲੋਕੀ ਤਾਂ ਪੀਣ ਵਾਲੇ ਆ, ਇਹਨਾਂ ਨੇ ਕਿੱਥੇ ਮੰਨਣਾ ਮੇਰੀ। ਉਹਨੇ ਦੂਸਰੀ ਚੁਆਇਸ ਸੀ ਉਹਨਾਂ ਦੀ ਗ੍ਰੀਕ ਆਰਥੋਡਾਕਸ। ਹੁਣ ਜਦੋਂ ਪੁਰਾਣਾ ਗ੍ਰੀਸ ਆ ਜਿਹੜਾ, ਉਹਦੇ ਵਿੱਚ ਟਰਕੀ ਵੀ ਆਉਂਦੀ ਆ ਜੀ।
ਕਨਸਟੈਂਟਨੋਪਲ ਜਿਹੜਾ ਆ ਉਹ ਇਹਨਾਂ ਆਪਣੇ ਪਹਿਲਾਂ ਹੁੰਦਾ ਸੀ ਗ੍ਰੀਸ ਦਾ, ਹੁਣ ਟਰਕੀ ਦੇ ਵਿੱਚ ਹੋ ਚੱਲ ਗਿਆ ਜੀ। ਤੇ ਉੱਥੇ ਇਹਨਾਂ ਦੇ ਹੈੱਡਕੁਆਟਰਸ ਹੁੰਦੇ ਸੀ ਗ੍ਰੀਕ ਆਰਥੋਡਾਕਸ ਦੇ। ਤੇ ਉਦੋਂ ਉਹਨਾਂ ਨੇ ਫਿਰ ਦੱਸਿਆ ਵੀ ਇਹ ਜਿਹੜਾ ਧਰਮ ਆ ਇਦਾਂ ਦਾ ਹੈ ਜੀ। ਤੇ ਉਹਨਾਂ ਨੇ ਜਦੋਂ ਪਹਿਲਾਂ ਦਾ ਜਦੋਂ ਰਾਜਾ ਬਣ ਜਾਂਦਾ ਸੀ ਇੱਕ ਧਰਮ ਦਾ ਤਾਂ ਸਾਰੇ ਹੀ ਉਹਨੂੰ ਫਾਲੋ ਕਰਦੇ ਸੀ। ਬਿਲਕੁਲ ਹੁਕਮ ਹੀ ਹੁੰਦਾ ਸੀ ਕਿ ਤੁਹਾਨੂੰ ਹੋਰ ਕੋਈ ਨਹੀਂ ਧਰਮ ਲੈ ਸਕਦੇ, ਆਹ ਹੀ ਧਰਮ ਦੇ ਆਦਿ। ਸੋ ਯੂਕਰੇਨ ਵਾਲਿਆਂ ਨੇ ਤੇ ਰਸ਼ੀਆ ਵਾਲਿਆਂ ਨੇ ਸੇਮ ਟਾਈਮ ਤੇ ਇਹਨਾਂ ਨੇ ਉਹ ਧਰਮ ਅਡਾਪਟ ਕੀਤਾ ਹੈ। ਤੇ ਉਹ ਧਰਮ ਵਾਲੇ ਜਿਹੜੇ ਗ੍ਰੀਕ ਆਰਥੋਡਾਕਸ ਆ ਉਹ ਵਰਤਦੇ ਆ ਜੂਲੀਅਨ ਕੈਲੰਡਰ ਜੀ, ਜਿਹੜਾ ਕਿ ਜਰੂਸਲਮ ਦੇ ਵਿੱਚ ਜੀ। ਤੇ ਜਿਹੜੇ ਪੁਰਾਣੇ ਜਿੱਥੋਂ ਜਿਹੜਾ ਹੁਣ ਅੱਜ ਕੱਲ ਇਜ਼ਰਾਈਲ ਪੈਲਸਟਾਈਨ ਅਸੀਂ ਕਹਿੰਦੇ ਨਾ, ਉੱਥੋਂ ਕ੍ਰਿਸਚੀਅਨਿਟੀ ਪੈਦਾ ਹੋਈ ਆ ਜੀ। ਉਹ ਵਰਤਦੇ ਹੁੰਦੇ ਸੀ ਉਹ ਧਰਮ। ਉਹ ਜਿਹੜਾ ਉਹਦਾ ਦਾ ਫਰਕ ਜਿਹੜਾ ਇਹ ਆ, ਉਹ ਮੂਨ ਦੇ ਬੇਸ ਤੇ ਆ, ਜਿਹੜਾ ਗ੍ਰਗੋਰੀਅਨ ਕੈਲੰਡਰ ਆ ਜੀ ਉਹ ਸੋਲਰ ਦੇ ਬੇਸ ਤੇ ਆ। ਇਹਨਾਂ ਦੇ ਵਿੱਚ ਤਕਰੀਬਨ 13 ਦਿਨਾਂ ਦਾ ਫਰਕ ਆ ਜੀ। ਜਿਹੜੀ ਤਾਂ ਆਉਂਦੀ ਆ ਗ੍ਰਗੋਰੀਅਨ ਕੈਲੰਡਰ ਦੀ ਕ੍ਰਿਸਮਸ, ਉਹ ਆਉਂਦੀ ਆ 25 ਦਸੰਬਰ ਨੂੰ। ਹਾਂਜੀ। ਇਹ ਵੀ ਦਿਨ ਉਦਾਂ ਹੀ ਰੱਖਿਆ ਹੈ, ਇਹਦਾ ਮਤਲਬ ਇਹ ਨਹੀਂ ਵੀ ਜੀਸਸ ਕ੍ਰਾਈਸਟ ਸੱਚੀ 25 ਨੂੰ ਹੋਇਆ ਸੀ। ਬਿਲਕੁਲ, ਇੱਕ ਦਿਨ ਰੱਖ ਲਿਆ, ਇੱਕ ਦਿਨ ਰੱਖ ਮਿਥ ਲਿਆ ਬਸ। ਤੇ ਜਿਹੜਾ ਮਨਾਉਂਦੇ ਆ ਯੂਕਰੇਨ ਆਰਥੋਡਾਕਸ ਚਰਚ ਵਾਲੇ, ਉਹ ਮਨਾਉਂਦੇ ਆ 7 ਜਨਵਰੀ ਨੂੰ ਜੀ ਕ੍ਰਿਸਮਸ। ਜਿਹੜੀ ਆ ਜੇ ਤੁਸੀਂ ਰਸ਼ੀਆ ਨੂੰ ਜਾਂਦੇ ਆ, ਯੂਕਰੇਨ ਨੂੰ ਜਾਂਦੇ ਆ, ਜਾਂ ਹੋਰ ਜਿੱਥੇ ਗ੍ਰੀਕ ਆਰਥੋਡਾਕਸ ਚਰਚ ਆ, ਉੱਥੇ 7 ਜਨਵਰੀ ਨੂੰ ਕ੍ਰਿਸਮਸ ਚੱਲਦੀ ਆ ਜੀ। ਇਹ ਮਤਲਬ ਅੱਜ ਦੇ ਨਹੀਂ, ਸਦੀਆਂ ਦੇ ਮਨਾਉਂਦੇ ਆ। ਤੇ ਤੁਸੀਂ ਆਮ ਪੜ੍ਹਦੇ ਆ ਅਕਤੂਬਰ ਰੈਵੋਲੂਸ਼ਨ, ਅਸੀਂ ਗੱਲ ਕਰਦੇ ਆ ਜਿਹੜਾ ਰਸ਼ੀਆ ਦਾ ਰੈਵੋਲੂਸ਼ਨ ਹੈ, ਉਹਨੂੰ ਲੋਕੀ ਕਹਿੰਦੇ ਅਕਤੂਬਰ ਰੈਵੋਲੂਸ਼ਨ। ਐਕਚੁਅਲੀ ਉਹ 7 ਨਵੰਬਰ ਨੂੰ ਹੋਇਆ ਸੀ, ਕਿਉਂਕਿ ਕੈਲੰਡਰ ਉਹਨਾਂ ਦਾ ਹੋ ਰਿਹਾ, ਸਾਡਾ ਹੋ ਰਿਹਾ। ਅਸੀਂ ਉਹਨੂੰ ਆਪਣੇ ਕੈਲੰਡਰ ਦੇ ਹਿਸਾਬ ਨਾਲ ਦੇਖਦੇ ਆ। ਸੋ ਜੂਲੀਅਨ ਕੈਲੰਡਰ ਨੂੰ ਗ੍ਰਗੋਰੀਅਨ ਕੈਲੰਡਰ ਦੇ ਹਿਸਾਬ ਨਾਲ। ਤਾਂ ਉਹਨਾਂ ਨੇ ਹੁਣ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕਹਿਤਾ ਤੋੜ ਵਿਛੋੜਾ ਪਾਉਣ ਲਈ, ਇੱਕ ਨਫ਼ਰਤ ਪੈਦਾ ਕਰਨ ਲਈ, ਵੀ ਅਸੀਂ ਜਿਹੜਾ ਗ੍ਰਗੋਰੀਅਨ ਕੈਲੰਡਰ ਵਰਤਾਂਗੇ, ਜਿਹੜਾ ਕਿ ਕੈਥੋਲਿਕ ਵੀ ਵਰਤਦੇ ਆ, ਸਾਡੇ ਬੈਪਟਿਸਟ ਵੀ ਵਰਤਦੇ ਆ, ਨਾਰਥ ਅਮਰੀਕਾ ਚ ਵੈਸਟਰਨ ਯੂਰਪ ਚ ਇਹੀ ਵਰਤਦੇ ਆ ਜੀ, ਗ੍ਰਗੋਰੀਅਨ ਕੈਲੰਡਰ ਵਰਤਦੇ ਆ। ਤੇ ਉੱਥੇ ਦੀ ਬਦਕਿਸਮਤੀ ਉਹਨਾਂ ਦੀ ਇਹ ਆ, ਜਿਹੜਾ ਯੂਕਰੇਨੀਅਨ ਆਰਥੋਡਾਕਸ ਚਰਚ ਆ, ਉਹਨਾਂ ਦੇ ਹੈੱਡ ਨੇ ਦੂਸਰੇ ਦਿਨ ਹੀ ਕੱਲ ਸ਼ਾਮ ਹੀ ਕਹਿਤਾ, ਉਹ ਕਹਿੰਦੇ ਨਹੀਂ ਇਦਾਂ ਨਹੀਂ ਹੋ ਸਕਦੀ। ਜਿਹੜਾ ਗ੍ਰਗੋਰੀਅਨ ਕੈਲੰਡਰ ਆ ਉਹ ਸਾਡੇ ਧਰਮ ਦੇ ਵਿੱਚ ਨਹੀਂ ਆਉਂਦਾ, ਉਹ ਕੈਥੋਲਿਕ ਵਰਤਦੇ ਆ, ਉਹ ਦੂਸਰੇ ਧਰਮ ਵਾਲੇ ਵਰਤਦੇ ਆ। ਅਸੀਂ ਤਾਂ ਇਹ ਜੂਲੀਅਨ ਕੈਲੰਡਰ ਹੀ ਵਰਤਦੇ ਸੀ, ਉਹੋ ਹੀ ਰੱਖਣਾ। ਹੁਣ ਜ਼ੈਲੈਂਸਕੀ ਕਿੰਨੇ ਕੁ ਆਰਡਰ ਕਰ ਸਕਦੇ ਆ, ਕਿੰਨਾ ਕੁ ਉਹ ਇੰਪੋਜ਼ ਕਰ ਸਕਦੇ ਆ, ਬਿਲਕੁਲ ਇਹ ਡਿਪੈਂਡ ਕਰਦਾ। ਬਿਲਕੁਲ, ਪਰ ਚੱਲਣੀ ਮੇਰਾ ਖਿਆਲ ਉੱਥੇ ਧਰਮ ਵਾਲਿਆਂ ਦੀ। ਬਿਲਕੁਲ, ਜਿਹੜਾ ਉਹਨਾਂ ਨੇ ਹਮੇਸ਼ਾ ਉਹੀ ਚੱਕਰ ਪਿਆ ਆ ਨਾਨਕ ਸ਼ਾਹੀ ਕੈਲੰਡਰ ਦਾ। ਨਾਨਕ ਸ਼ਾਹੀ ਕੈਲੰਡਰ ਦਾ ਐਕਚੁਅਲੀ ਗ੍ਰਗੋਰੀਅਨ ਕੈਲੰਡਰ ਤੇ ਡੇਟਾ ਪਾਈਆਂ ਆ ਜੀ, ਕੋਈ ਆਪਣਾ ਨਾਨਕ ਸ਼ਾਹੀ ਨਹੀਂ। ਇਹ ਕੋਈ ਬਾਬੇ ਨਾਨਕ ਨੇ ਲਿਖਿਆ ਹੈ ਤੇ ਨਾ ਹੀ ਇਹਨਾਂ ਦਾ ਵੱਖਰਾ ਆ। ਪੁਰਾਣੇ ਜਿਹੜਾ ਵਿਕਰਮ ਸਮਿਤੀ ਹੁੰਦੀ ਸੀ, ਉਹਦੀਆਂ ਡੇਟਸ ਨੂੰ ਗ੍ਰਗੋਰੀਅਨ ਕੈਲੰਡਰ ਜਿਹੜਾ ਯੂਰਪ ਦੇ ਵਿੱਚ ਅਸੀਂ ਯੂਜ਼ ਕਰਦੇ ਆ, ਉਹਨਾਂ ਡੇਟਸ ਤੇ ਕੀਤਾ ਹੈ ਜੀ। ਹੋਰ ਕੋਈ ਨਹੀਂ ਹੈ, ਕੋਈ ਨਾਨਕ ਸ਼ਾਹੀ ਨਹੀਂ, ਕੁਛ ਨਹੀਂ। ਉਹ ਕੋਈ ਕੈਲੰਡਰ ਦਾ ਫਰਕ ਨਹੀਂ, ਹੇਰ-ਫੇਰ ਹੀ ਕੀਤੀ ਹੈ ਕੋਈ। ਹੇਰ-ਫੇਰ ਵੀ ਕੀਤੀ ਹੈ, ਲੋਕਾਂ ਨੂੰ ਪਤਾ ਨਹੀਂ ਹੈ। ਬਿਲਕੁਲ। ਡਾਕਟਰ ਸਾਹਿਬ, ਇੰਟਰਨੈਸ਼ਨਲ ਫੈਂਸਿੰਗ ਫੈਡਰੇਸ਼ਨ ਨੇ ਮੈਚ ਮਗਰੋਂ ਲਾਜ਼ਮੀ ਜਿਹੜਾ ਹੱਥ ਮਿਲਾਉਂਦੇ ਹੁੰਦੇ ਆ ਜੀ, ਉਹਦੇ ਚ ਤਬਦੀਲੀ ਕੀਤੀ ਜਾ ਰਹੀ ਹੈ, ਕਿਉਂ? ਪਿਛਲੇ ਹਫ਼ਤੇ ਜਿਹੜਾ ਇੰਟਰਨੈਸ਼ਨਲ ਮੈਚ ਚੱਲ ਰਿਹਾ ਸੀ ਫੈਂਸਿੰਗ ਦੇ ਜੀ, ਉਹਦੇ ਵਿੱਚ 2 ਪਲੇਅਰ ਮੈਚ ਖੇਡ ਰਹੇ ਸੀ, ਤੇ ਉਹਦੇ ਵਿੱਚ ਯੂਕਰੇਨੀਅਨ ਤੇ ਰਸ਼ੀਅਨ ਸੀ ਉਹ ਪਲੇਅਰ ਜੀ। ਤੇ ਉਹਨਾਂ ਦੇ ਪੁਰਾਣੇ ਰੂਲ ਦੇ ਹਿਸਾਬ ਦੇ ਨਾਲ ਉਹ ਜਦੋਂ ਮੈਚ ਐਂਡ ਹੋ ਜਾਂਦਾ, ਖਤਮ ਹੋ ਜਾਂਦਾ ਜੀ, ਤਾਂ ਉਸ ਤੋਂ ਬਾਅਦ ਤੁਹਾਨੂੰ ਆਪਣੇ ਓਪੋਨੈਂਟ ਦੇ ਨਾਲ ਹੱਥ ਮਿਲਾਉਣਾ ਪੈਂਦਾ ਸੀ ਜੀ। ਇਹ ਲਾਜ਼ਮੀ ਆ। ਤੁਸੀਂ ਬਾਕੀ ਦੇਖਦੇ ਵੀ ਰਹੇ ਆਪਾਂ। ਹਾਂਜੀ, ਬਾਕੀ ਗੇਮਾਂ ਦੇ ਵਿੱਚ ਵੀ ਸ਼ਾਇਦ ਇਦਾਂ ਹੀ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਆ। ਤੇ ਉਹਨੇ ਯੂਕਰੇਨੀਅਨ ਪਲੇਅਰ ਨੇ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਵੈਸੇ ਤਾਂ ਉਹਨੂੰ ਡਿਸਕੁਆਲੀਫਾਈ ਕਰਨਾ ਚਾਹੀਦਾ ਸੀ, ਪਰ ਹੁਣ ਇਹਨਾਂ ਦੇ ਵੋਟਾਂ ਜ਼ਿਆਦਾ ਆ ਉਹਦੇ ਇੰਟਰਨੈਸ਼ਨਲ ਜਿਹੜੀ ਫੈਂਸਿੰਗ ਫੈਡਰੇਸ਼ਨ ਦੇ ਵਿੱਚ ਜੀ। ਤਾਂ ਇਹਨਾਂ ਨੇ ਕਿਹਾ ਵੀ ਰੂਲ ਹੀ ਚੇਂਜ ਕਰ ਦਿਓ, ਰੂਲ ਚੇਂਜ ਕਰ ਦਿਓ ਵੀ ਜਿਹੜਾ ਹੱਥ ਮਿਲਾਉਣਾ ਲਾਜ਼ਮੀ ਨਹੀਂ ਹੈ।
ਕਿਉਂਕਿ ਕਈ ਵਾਰੀ ਕੁਛ ਇੱਕ ਦੇਸ਼ ਜਿਨ੍ਹਾਂ ਦੇ ਇੱਕ ਦੂਜੇ ਨਾਲ ਰਿਲੇਸ਼ਨ ਚੰਗੇ ਨਹੀਂ ਹੁੰਦੇ ਜੀ ਉਹਨਾਂ ਦੇ ਪਲੇਅਰ ਸਾਡੇ ਕੋਲ ਆ ਜਾਂਦੇ ਆ ਤੇ ਉਹ ਨਹੀਂ ਹੱਥ ਮਿਲਾਉਣਾ ਚਾਹੁੰਦੇ। ਇਹਦਾ ਮਤਲਬ ਇਹ ਆ ਵੀ ਤੁਸੀਂ ਜਿਹੜੀ ਹੇਟਰਡ ਜਿਹੜੀ ਨਫ਼ਰਤ ਨੂੰ ਹਟਾਉਣ ਲਈ ਗੇਮਾਂ ਸ਼ੁਰੂ ਕੀਤੀਆਂ ਸੀ ਇੰਟਰਨੈਸ਼ਨਲ ਉਹਦੇ ਖਿਲਾਫ ਜਾ ਰਹੇ ਹਾਂ। ਬਿਲਕੁਲ ਐਕਚੁਅਲੀ ਦੇਖੋ ਅੱਜ ਤੋਂ ਲੋਕਾਂ ਨੂੰ 2,5-3 ਹਜ਼ਾਰ ਸਾਲ ਪਹਿਲਾਂ ਅਕਲ ਜ਼ਿਆਦਾ ਸੀ। ਅਸੀਂ ਕਹਿੰਦੇ ਕਿ ਹੁਣ ਵਾਲੇ ਬੰਦੇ ਬਹੁਤ ਸਿਆਣੇ ਹੋ ਗਏ ਜੀ। ਗ੍ਰੀਸ ਨੇ ਜਿਨ੍ਹਾਂ ਦੇ ਵਿੱਚ ਗ੍ਰੀਕ ਦੇ 올림픽 ਸ਼ੁਰੂ ਕੀਤੀਆਂ ਸੀ ਗ੍ਰੀਸ ਦੇ ਵਿੱਚ ਬਹੁਤ ਸਿਟੀ ਸਟੇਟਸ ਹੁੰਦੀਆਂ ਜਿੱਦਾਂ ਸਾਡੇ ਸੀ ਨਾਭਾ ਪਟਿਆਲਾ ਜੀਂਦ ਇਹ ਛੋਟੇ ਛੋਟੇ ਸਿਟੀ ਸਟੇਟ ਸੀ ਵੈਸੇ ਤੇ ਇਦਾਂ ਹੀ ਗ੍ਰੀਸ ਦੇ ਵਿੱਚ ਹੁੰਦੀਆਂ ਸੀ ਤਾਂ ਉਹ ਲੜਦੇ ਹੀ ਰਹਿੰਦੇ ਹੁੰਦੇ ਸੀ। ਕਿਸੇ ਨੇ ਕਿਸੇ ਤੇ ਹਮਲਾ ਕਰਤਾ ਕਿਸੇ ਨੇ ਕਿਸੇ ਤੇ ਹਮਲਾ ਕਰਤਾ ਬਹੁਤ ਲੜਾਈਆਂ ਹੁੰਦੀਆਂ ਤੇ ਉਹਨਾਂ ਨੇ ਇੱਕ ਕਨਸੈਪਟ ਕੱਢਿਆ 올림픽ਸ ਦਾ ਵੀ ਬਾਕੀ ਤਾਂ ਲੜਦੇ ਰਹਿੰਦੇ ਅਸੀਂ ਜਿਹੜੇ ਫਿਲਾਸਫਰਸ ਇੱਕ ਦੂਜੇ ਨੂੰ ਮਿਲਦੇ ਬੁੱਧੀਜੀਵੀ ਵੀ ਮਿਲਦੇ ਸੀ ਕਲਚਰਲ ਵਰਕਰਸ ਵੀ ਮਿਲਦੇ ਸੀ ਜੀ ਤੇ ਉਹ ਕਹਿੰਦੇ ਵੀ ਇੱਕ ਆਪਾਂ ਗੇਮਸ ਸ਼ੁਰੂ ਕਰੀਏ ਲੋਕੀ ਗੇਮਸ ਖੇਲਣ ਜਦੋਂ ਐਕਚੁਅਲੀ ਗੇਮਾਂ ਦੀ ਸਪਿਰਿਟ ਇੰਨੀ ਸੋਹਣੀ ਹੋਣੀ ਚਾਹੀਦੀ ਆ ਜੇ ਲੜਾਈ ਵੀ ਲੱਗੀ ਆ ਤਾਂ ਉਹ 2 ਮੁਲਕਾਂ ਨੂੰ ਜਾਂ 3 ਮੁਲਕਾਂ ਨੂੰ ਉਸ ਵੇਲੇ ਲੜਾਈ ਬੰਦ ਕਰ ਦੇਣੀ ਚਾਹੀਦੀ ਹੈ ਜਿੰਨਾ ਚਿਰ ਗੇਮਾਂ ਓਵਰ ਨਹੀਂ ਹੁੰਦੀਆਂ। ਇਹ ਸਪਿਰਿਟ ਸੀ ਉਹਨਾਂ ਦਾ ਜੀ। ਇਹ ਇੱਕ ਦੂਜੇ ਨੂੰ ਮਿਲਦੇ ਸੀ ਇੱਕ ਦੂਜੇ ਨਾਲ ਗੇਮਾਂ ਖੇਲਦੇ ਸੀ ਤੇ ਉਹਨੂੰ ਕੜੱਤਣ ਘਟਦੀ ਸੀ ਕੜੱਤਣ ਘਟਦੀ। ਇਹ ਮਤਲਬ ਕਹਿੰਦੇ ਹੁੰਦੇ ਆ ਵੀ ਡਿਪਲੋਮੇਸੀ ਦੇ ਵਿੱਚ ਵੀ ਜੇ ਤੁਸੀਂ ਚੰਗੇ ਰਿਲੇਸ਼ਨ ਬਣਾਉਣੇ ਆ ਹੋ ਸਕਦਾ ਤੁਹਾਡੇ ਹੌਸਟਾਈਲ ਹੋਣ ਪੋਲੀਟੀਕਲੀ ਜਿੱਦਾਂ ਹੁਣ ਯੂਕਰੇਨ ਦੇ ਤਾਂ ਰਸ਼ੀਆ ਦੇ ਬਹੁਤ ਇੱਕ ਦੂਜੇ ਨਾਲ ਹੌਸਟਾਈਲ ਰਿਲੇਸ਼ਨ ਹੈ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਬਿਲਕੁਲ ਪਰ ਜੇ ਤੁਸੀਂ ਉਹਨਾਂ ਦੇ ਲੋਕਾਂ ਦੇ ਵਿੱਚ ਸਦਭਾਵਨਾ ਪੈਦਾ ਕਰਨੀ ਹੈ ਨਾ ਉਹ ਸ਼ੁਰੂ ਕਰੋ ਇਕਨੋਮਿਕ ਤੋਂ ਸ਼ੁਰੂ ਹਰੇਕ ਬੰਦੇ ਦਾ ਢਿੱਡ ਪਹਿਲਾਂ ਆਉਂਦਾ ਜੇ ਤੁਸੀਂ ਟ੍ਰੇਡ ਸ਼ੁਰੂ ਕਰਦੇ ਹੋ ਜਿਹੜੇ ਲੋਕਾਂ ਨੂੰ ਪੁਰਾਣੀਆਂ ਉਹ ਚੀਜ਼ਾਂ ਨਹੀਂ ਸੀ ਮਿਲਦੀਆਂ ਹੁਣ ਮਿਲਣ ਲੱਗ ਪਈਆਂ ਉਹ ਖੁਸ਼ ਹੋ ਜਾਣੇ ਕੋਈ ਕਿਸੇ ਦੇ ਅੰਬ ਚੂਪਣ ਲੱਗਾ ਉਹਨੂੰ ਖੁਸ਼ ਹੋ ਜਾਂਦਾ ਬਿਲਕੁਲ ਤੇ ਫਿਰ ਕਲਚਰਲ ਵਰਕਰਸ ਜਿਹਦਾ ਸਿੰਗਰਸ ਹੋਏ ਕੋਈ ਡਰਾਮਾ ਕਰਨ ਵਾਲੇ ਹੋਏ ਕਦੇ ਉਹ ਇੱਕ ਦੂਜੇ ਦੇ ਆਉਣ ਜਾਣ ਬੰਦੇ ਤਾਂ ਚਾਹੇ ਚੜ੍ਹਦੇ ਪੰਜਾਬ ਚੋਂ ਹੋਵੇ ਚਾਹੇ ਲਹਿੰਦੇ ਪੰਜਾਬ ਤੋਂ ਹੋਵੇ ਨੁਸਰਤ ਫਤਿਹ ਅਲੀ ਤਾਂ ਉਹ ਸਾਂਝਾ ਬੰਦਾ ਹੈ ਉਹਨੂੰ ਤਾਂ ਹਰੇਕ ਹੀ ਸੁਣਨ ਚੱਲ ਜਾਊਗਾ ਤੇ ਫਿਰ ਨਾਲ ਉਹ ਕਹਿੰਦੇ ਵੀ ਸਪੋਰਟਸ ਹੋਣੀ ਚਾਹੀਦੀ ਆ ਜੀ ਜਿਹੜੇ ਲੋਕੀ ਆਪਣੀ ਕੌਮ ਦੇ ਲੈਵਲ ਤੇ ਖੇਡਦੇ ਆ ਇੱਕ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਆਪਣੀ ਕੌਮ ਦੇ ਵਿੱਚ ਹੋ ਸਕਦਾ ਵਧੀਆ ਆ ਪਰ ਬਾਕੀ ਦੇ ਜਿਹੜੇ ਹੋਰ ਦੇਸ਼ ਆ ਉਹਨਾਂ ਦੇ ਮੁਕਾਬਲੇ ਤੁਸੀਂ ਕੀ ਆ ਬਿਲਕੁਲ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਰੁਸਤਮੇ ਹਿੰਦ ਆ ਜੇ ਰੁਸਤਮੇ ਹਿੰਦ ਦੇ ਨਾਲ ਬਾਕੀਆਂ ਨਾਲ ਘੁਲ ਕੇ ਦੇਖੋ ਤਾਂ ਪਤਾ ਲੱਗੂ ਜੇ ਤੁਸੀਂ ਆਪਣੇ ਘਰ ਦੇ ਮੋਹਰੇ ਥਾਪੀਆਂ ਮਾਰੀ ਜਾਣੀਆਂ ਮੈਂ ਰੁਸਤਮੇ ਹਿੰਦ ਆ ਤਾਂ ਫੇਰ ਤਾਂ ਪਤਾ ਨਹੀਂ ਲੱਗਣਾ ਵੀ ਤੁਸੀਂ ਰੁਸਤਮੇ ਹਿੰਦ ਹੈ ਕਿ ਰੁਸਤਮੇ ਪਿੰਡ ਆ ਬਿਲਕੁਲ ਇਹ ਤਾਂ ਪਤਾ ਲਾਉਣ ਲਈ ਸਾਨੂੰ ਗੇਮਸ ਚਾਹੀਦੀਆਂ ਤੇ ਇਹ ਗੇਮ ਇਹਦੇ ਵਿੱਚ ਸਪਿਰਿਟ ਹੋਣਾ ਚਾਹੀਦਾ ਇਹ ਖਿਡਾਰੀ ਵੀ ਜਿਹੜੇ ਡਾਕਟਰ ਸਾਹਿਬ ਵੀ ਜਿਨ੍ਹਾਂ ਨੇ ਹੱਥ ਮਿਲਾਉਣ ਤੋਂ ਨਾ ਕੀਤੀ ਹੈ ਇਹ ਵੀ ਮੇਰੇ ਖਿਆਲ ਸਿਰਫ ਇਹੀ ਹੈ ਵੀ ਸਾਡਾ ਪ੍ਰਚਾਰ ਹੋਵੇ ਹੋਰ ਕੋਈ ਆਮ ਲੋਕਾਂ ਦੇ ਵਿੱਚ ਮੈਂ ਦੇਖਿਆ ਕੜੱਤਣ ਨਹੀਂ ਹੁੰਦੀ ਜੋ ਸਾਡੇ ਤੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ 'ਚ ਕਿੰਨੀ ਕੜੱਤਣ ਹੈ ਜੀ ਕੋਈ ਨਹੀਂ ਕਹਿੰਦੇ ਅੱਜ ਤੁਸੀਂ ਦੇਖਦੇ ਆ YouTube ਤੇ ਬਹੁਤ ਸ਼ੋਅ ਕਰਦੇ ਆ ਜਦੋਂ ਉਹਨਾਂ ਦੇ ਨਾਲ ਜਾ ਕੇ ਕੋਈ ਫੈਸਲਾਬਾਦ ਬੈਠਾ ਕੋਈ ਲਾਹੌਰ ਬੈਠਾ ਕੋਈ ਕਸੂਰ ਬੈਠਾ ਉਹਨਾਂ ਦੇ ਨਾਲ ਆਮ ਲੋਕਾਂ ਨਾਲ ਗੱਲ ਕਰਦੇ ਆ ਉਹ ਦੇਖਦੇ ਆ ਵੀ ਜੇ ਜਾਣ ਆਉਣ ਦੀ ਖੁੱਲ੍ਹ ਹੋਵੇ ਅਸੀਂ ਵੀ ਲੁਧਿਆਣਾ ਦੇਖੀ ਅਸੀਂ ਵੀ ਜਲੰਧਰ ਦੇਖੀ ਅਸੀਂ ਚੰਡੀਗੜ੍ਹ ਰੋਂਦੇ ਲੋਕ ਇਸ ਗੱਲ ਨੂੰ ਲੈ ਕੇ ਦੇਖੋ ਤਾਂ ਜਦੋਂ 47 ਦੇ ਬਾਅਦ ਸਾਡੀ ਵੰਡ ਤੋਂ ਬਾਅਦ ਜਿਹੜੀ ਕਈ ਫੈਮਲੀਜ਼ ਉਧਰ ਰਹਿ ਗਈਆਂ ਇੱਧਰ ਰਹਿ ਗਈਆਂ ਫਿਰ ਹੁਣ ਪਿੱਛੇ ਜਾ ਥੋੜੀ ਲਾਹੌਰ ਜਿਹੜੀ ਬੱਸ ਸਰਵਿਸ ਤੋਂ ਬਾਅਦ ਵੀਜ਼ਾ ਥੋੜਾ ਜਿਹਾ ਸੌਖਾ ਹੋ ਗਿਆ ਤੇ ਹੁਣ ਦੇਖੋ ਕਿੰਨੇ ਲੋਕਾਂ ਦੀਆਂ ਸਟੋਰੀ ਸਾਹਮਣੇ ਆਈਆਂ ਠੀਕ ਹੈ ਉਹਨਾਂ ਨੇ ਆਖਰੀ ਸਾਹਾਂ ਤੇ ਸੀ ਕਈ ਮਰ ਵੀ ਗਏ ਹੋਣੇ ਆ ਪਰ ਉਹ ਇੱਕ ਦੂਜੇ ਨਾਲ ਕਿੰਨੇ ਪਿਆਰ ਦੇ ਨਾਲ ਲੋਕੀ ਮਿਲੇ ਵੀ ਅਸੀਂ ਵਿਛੜ ਗਏ ਸੀ ਹੁਣ ਫੇਰ ਅਸੀਂ ਮਿਲਦੇ ਹਾਂ ਸੋ ਸਦਭਾਵਨਾ ਸਾਰੇ ਦੇਸ਼ਾਂ ਦੇ ਵਿੱਚ ਹੁੰਦੀ ਨਾਰਥ ਕੋਰੀਆ ਵਾਲੇ ਆ ਸਾਊਥ ਕੋਰੀਆ ਵਾਲੇ ਤੁਸੀਂ ਇੰਨਾ ਪ੍ਰਚਾਰ ਇੱਕ ਦੂਜੇ ਦੇ ਖਿਲਾਫ ਨਹੀਂ ਦੇਖ ਸਕਦੇ ਜਿਹੜੇ ਸਰਕਾਰਾਂ ਦੇ ਤੌਰ ਤੇ ਕੋਈ ਸਬੰਧ ਨਹੀਂ ਵਿਚਕਾਰ ਜਾ ਕੇ ਫੌਜਾਂ ਖੜੀਆਂ ਤਾਣ ਕੇ ਉਹ ਵੀ ਅਮਰੀਕਾ ਵਾਲਿਆਂ ਦੀਆਂ ਮਤਲਬ ਚਿੜੀ ਨਹੀਂ ਕਹਿੰਦੇ ਹੁੰਦੇ ਫੜਕ ਸਕਦੀ ਉੱਥੇ ਪਰ ਲੋਕਾਂ 'ਚ ਤਾਂ ਇਦਾਂ ਦੀ ਦੁਸ਼ਮਣੀ ਨਹੀਂ ਕੋਈ ਨਾਰਥ ਕੋਰੀਆ ਦਾ ਬੰਦਾ ਆਵੇ ਉਹ ਉਹੀ ਭਾਸ਼ਾ ਬੋਲਦਾ ਆ ਉਹੀ ਉਹਦਾ ਸੱਭਿਆਚਾਰ ਆ ਸਾਊਥ ਕੋਰੀਆ ਵਾਲਾ ਨਾਰਥ ਕੋਰੀਆ ਚਲ ਜਾਵੇ ਉਹਨੂੰ ਵੀ ਕੋਈ ਫਰਕ ਨਹੀਂ ਸੋ
ਐਕਚੁਅਲ ਮੰਤਵ ਜਿਹੜਾ ਸਪੋਰਟਸ ਦਾ ਆ, ਇੰਟਰਨੈਸ਼ਨਲ ਸਪੋਰਟ ਦਾ ਆ ਜੀ, ਉਹ ਹੈਗੀ ਹੈ ਸਦਭਾਵਨਾ ਪੈਦਾ ਕਰਨਾ। ਬਿਲਕੁਲ। ਤੇ ਜੇ ਤੁਸੀਂ ਇੱਕ ਦੂਜੇ ਨਾਲ ਹੱਥ ਹੀ ਨਹੀਂ ਮਿਲਾਉਣਾ, ਤੁਸੀਂ ਖੇਡ ਕੇ ਹਰੇ। ਹੁਣ ਸਾਡੇ ਕਈ ਵਾਰੀ ਗੇਮ, ਕ੍ਰਿਕਟ ਦੀ ਗੇਮ ਚੱਲਦੀ ਹੁੰਦੀ ਆ ਇੰਡੀਆ ਤੇ ਪਾਕਿਸਤਾਨ ਦੀ, ਜੀ, ਕੈਂਸਲ ਹੀ ਕਰੀ ਜਾਂਦੇ ਆ, ਮੋੜ ਕੇ ਉਹਨਾਂ ਨੇ ਨਹੀਂ ਆਉਣਾ ਜੀ, ਅਸੀਂ ਨਹੀਂ ਜਾਣਾ, ਉਹਨਾਂ ਨੇ ਨਹੀਂ ਆਉਣਾ। ਇਹ ਮਤਲਬ ਪੋਲਿਟਿਕਸ ਹੈਵੀ ਹੋ ਗਈ। ਹੁਣ ਸਾਡਾ ਤੁਸੀਂ ਦੇਖੋ ਇੰਨਿਆਂ ਸਾਲਾਂ ਦੇ ਬਾਅਦ ਅਸੀਂ ਤਾਂ ਕਹਿੰਦੇ ਵੀ ਸਾਨੂੰ ਬਹੁਤ ਅਕਲ ਆ ਗਈ ਆ, ਸਾਡੀ ਜਨਰੇਸ਼ਨ ਨੇ ਤਾਂ ਆਹ ਕਰ ਲਿਆ, ਆਹ ਕਰ ਲਿਆ। ਨਹੀਂ, ਤੁਹਾਡੀ ਜਿਹੜੀ ਜਨਰੇਸ਼ਨ ਆ, ਅਸੀਂ ਬੇਸਿਕਲੀ ਮੁੜ ਕੇ ਪਸ਼ੂਆਂ ਦੇ ਹੱਥ ਤੇ ਚੱਲ ਗਏ। ਬਿਲਕੁਲ ਬਿਲਕੁਲ। ਪਸ਼ੂ ਨਹੀਂ ਦੇਖਦੇ ਇੱਕ ਦੂਜੇ ਦੇ ਸਿੰਗ ਮਾਰੀ ਜਾਂਦੇ ਨਾ, ਜੀ। ਅਸੀਂ ਉਹਨਾਂ ਦੀ ਪੋਜੀਸ਼ਨ ਤੇ ਆ ਗਏ। ਬਾਂਦਰ ਤੋਂ ਬੰਦਾ, ਬੰਦੇ ਤੋਂ ਬਾਂਦਰ। ਤੇ ਇਹ ਮੁੜ ਕੇ ਇਹਨਾਂ ਦੇ ਪੂਛ ਹੀ ਲੱਗਣ ਵਾਲੀ ਆ ਹੁਣ, ਬਸ ਉਸ ਲੈਵਲ ਤੇ ਆ ਗਏ। ਸਹੀ ਗੱਲ ਹੈ। ਜਿਹੜੇ ਗ੍ਰੀਕਸ ਨੇ ਸ਼ੁਰੂ ਕੀਤੀਆਂ ਸੀ ਜਿਹੜੇ ਗੇਮਸ ਵਿੱਚ, ਸਾਡੀ ਸਦਭਾਵਨਾ ਵਧੂਗੀ। ਜਿਹੜੇ ਐਕਚੁਅਲੀ ਆਪਣੀ ਲੜਾਈ ਖਤਮ ਕਰ ਦਿੰਦੇ ਸੀ ਉਹਨਾਂ ਦਿਨਾਂ ਜੀ, ਵੀ ਇੰਨੇ ਦਿਨ ਲੜਨਾ ਨਹੀਂ, ਇੰਨੇ ਦਿਨ 올림픽ਸ ਚੱਲਣੀ ਆ ਜੀ, ਉਹ ਬੈਠੇ ਰੋਂਦੇ ਹੋਣੇ, ਦੇਖਦੇ ਨੇ ਵੀ ਅਸੀਂ ਤਾਂ ਸ਼ੁਰੂ ਕੀਤੀ ਇਸ ਕਰਕੇ। ਤੇ ਹੁਣ ਦੇਖੋ ਹੱਥ ਮਿਲਾਉਣ ਦੀ ਬਜਾਏ, ਜੇ ਉਹ ਹੱਥ ਨਹੀਂ ਮਿਲਾਇਆ ਨਾ ਯੂਕਰੇਨੀਅਨ ਨੇ, ਤਾਂ ਉਹਦੀ ਬੱਲੇ ਬੱਲੇ ਹੋਣੀ ਆ, ਉਹਨੂੰ ਪੈਸੇ ਦੇਣਗੇ। ਬਿਲਕੁਲ। ਜੇ ਉਹ ਮਿਲਾ ਹੀਰੋ ਬਣ ਗਿਆ ਉਹ। ਆਹੋ। ਤੇ ਜੇ ਇਦਾਂ ਹੀ ਰਸ਼ੀਆ ਦੇ ਵਿੱਚ ਹੋਣੀ ਆ ਵੀ ਹੱਥ ਨਹੀਂ ਮਿਲਾਇਆ। ਇਹ ਅੱਜ ਕੱਲ ਪਬਲਿਸਿਟੀ ਵੀ ਆ ਨਾ। ਬਿਲਕੁਲ। ਜਿਹੜਾ ਬੰਦਾ ਮੈਂ ਦੇਖਿਆ ਹਿੰਦੁਸਤਾਨ ਨੂੰ ਬਾਹਰ ਜਾ ਕੇ ਜ਼ਿਆਦਾ ਗਾਲਾਂ ਕੱਢਦਾ ਹੁੰਦਾ ਪਾਕਿਸਤਾਨ ਨੂੰ ਨਾ, ਉਹਦਾ ਬੜੀ ਮਸ਼ਹੂਰ ਹੋ ਜਾਂਦੀ ਆ। ਉਹ ਜਾ ਕੇ YouTube ਦਾ ਹੀਰੋ ਬਣਿਆ, ਟਵਿੱਟਰ ਦਾ ਹੀਰੋ ਬਣਿਆ, ਹਾਲਾਂਕਿ ਉਹ ਭਾਵੇਂ ਕੁੱਤੀ ਤੋਂ ਡਰਦਾ ਹੋਵੇ ਥੋੜੀ। ਬਿਲਕੁਲ। ਜਿਹੜੇ ਬਹੁਤ ਬਹਾਦਰ ਹੁੰਦੇ ਆ ਨਾ, ਉਹਨਾਂ ਕਹੇ ਵੀ ਚੱਲ ਆਰਮੀ ਦੇ ਵਿੱਚ ਤੂੰ ਕੁਝ ਕਰਨ ਜੋਗਾ ਹੈਗਾ ਕਿ ਨਹੀਂ, ਉੱਥੋਂ ਨੱਠਦੇ ਆ। ਜਦੋਂ ਆਪਦਾ ਕਮਰਾ ਬੰਦ ਕਰਕੇ ਵੜਕਾ ਮਾਰਦੀਆਂ ਫਿਰ ਤਾਂ ਕੀ ਹਰਜ। ਇਹ ਜਿਹੜੀ ਨਫ਼ਰਤ ਪੈਦਾ ਕਰਨੀ ਵੈਸੇ ਬਹੁਤ ਸੌਖੀ ਆ ਜੀ। ਬਿਲਕੁਲ। ਤੁਸੀਂ ਇੱਕ ਦੂਜੇ ਦੇ ਖਿਲਾਫ ਨਫ਼ਰਤ ਪੈਦਾ, ਤੁਸੀਂ ਹੁਣ ਬੰਦੇ ਬੈਠੇ ਆ 10, ਉਹਨਾਂ ਤੋਂ ਨਫ਼ਰਤ ਦੀ ਇੱਕ ਗੱਲ ਸ਼ੁਰੂ ਕਰ ਲਓ, ਉਹ ਫਲਾਨੇ ਜਗ੍ਹਾ ਦੇ ਬੰਦੇ ਮਹਾਮੂਰਖ ਆ, ਲਓ ਸਾਰੇ ਹੀ ਬੰਦੇ ਕਰਨ ਲੱਪਣਗੇ ਜੀ। ਉਹਨਾਂ ਦੇ ਵਿੱਚ ਫਿਰ ਜੇ ਕੋਈ ਸਿਆਣਾ ਬੰਦਾ ਕਵੇ ਵੀ ਸਾਰੇ ਤਾਂ ਬੰਦੇ ਇਦਾਂ ਦੇ ਹੁੰਦੇ, ਫਿਰ ਉਹਨੂੰ ਟੁੱਟ ਕੇ ਪੈਣਗੇ। ਜਿਹੜੇ ਨਫ਼ਰਤ ਪੈਦਾ ਕਰਦਾ ਉਹਦੇ ਮੈਜੋਰਟੀ ਹੋਊਗੀ, ਬਿਲਕੁਲ। ਤੇ ਹੁਣ ਪੋਲੀਟੀਸ਼ੀਅਨ ਨੂੰ ਵੀ ਪਤਾ ਵੀ ਮੈਜੋਰਟੀ ਜਿਹੜੀ ਆ ਨਫ਼ਰਤ ਕਰਨ ਵਾਲਿਆਂ ਦੀ ਆ, ਅੱਗਾਂ ਲਾਉਣ ਵਾਲਿਆਂ ਦੀ ਆ। ਬਿਲਕੁਲ। ਜਿਹੜੇ ਅੱਗਾਂ ਲਾਉਂਦੇ ਆ, ਹਿੰਸਾ ਕਰਦੇ ਆ, ਅਖੀਰ ਤੇ ਉਹ ਵੀ ਫੜੇ ਜਾਂਦੇ ਆ। ਹੁਣ ਸੱਜਣ ਜਿਹੜਾ ਟਾਈਟਲ ਆ, ਜਗਦੀਸ਼ ਟਾਈਟਲ, 1984 ਚ ਉਹ ਯੰਗ ਬੰਦਾ ਹੋਣਾ, ਉਦੋਂ ਨਸ਼ਾ ਸੀ, ਤਾਕਤ ਦਾ ਨਸ਼ਾ ਸੀ, ਕਰ ਦਿੱਤਾ ਸਭ ਕੁਝ। ਅੱਜ ਤਾਈਂ ਚਾਹੇ ਉਹਨੂੰ ਕੋਰਟ 'ਚ ਹੀ ਜਾਣਾ ਪੈਂਦਾ ਹੈ, ਪਰ ਨੀਂਦ ਤਾਂ ਨਹੀਂ ਆਉਂਦੀ ਹੋਣੀ। ਬਿਲਕੁਲ। ਹਾਲਾਂਕਿ ਸਿਸਟਮ ਨੇ ਕੁਝ ਨਹੀਂ ਕੀਤਾ ਉਹਨੂੰ। ਇਹ ਬੰਦੇ ਆ ਉਹ ਜਿਹੜੇ ਕਿਸੇ ਦੀ ਖਾਤਰ ਲੜਦੇ ਆ। ਉਹ ਜਿਹੜੇ ਬੰਦੇ ਜਿਨ੍ਹਾਂ ਨੇ ਤੁਹਾਨੂੰ ਲੜਾਇਆ ਸੀ, ਉਹ ਜਾ ਕੇ ਹਰਿਮੰਦਰ ਸਾਹਿਬ ਵੀ ਮੱਥਾ ਟੇਕ ਕੇ ਆਏ ਹੋਣੇ, ਤੁਹਾਨੂੰ ਲੜਾਤਾ ਜੁਦੀ ਗੱਲ ਹੈ। ਬਿਲਕੁਲ ਬਿਲਕੁਲ। ਹੁਣ ਜਿਹੜੇ ਬੰਦੇ ਕਹਿੰਦੇ ਕਿ ਅਸੀਂ ਅਯੁੱਧਿਆ ਦੀ ਖਾਤਰ ਮੁਸਲਮਾਨਾਂ ਨਾਲ ਲੜਾਈ ਕਰਾਂਗੇ, ਲੜਾਈ ਤਾਂ ਦੂਜੇ ਬੰਦੇ ਕਰਨ ਚੱਲ ਗਏ ਹੋਣੇ ਨਾ, ਥੱਲੇ ਵਾਲੇ। ਉਹਨਾਂ ਨੇ ਮਰ ਵੀ ਗਏ ਹੋਣੇ ਆ, ਮਾਰ ਲਏ ਹੋਣੇ, ਕਈਆਂ ਨੇ ਬਾਹਾਂ ਤੜਾ ਲਈਆਂ, ਕਈਆਂ ਨੇ ਲੱਤਾਂ ਤੜਾ ਲਈਆਂ, ਕਈ ਜੇਲ੍ਹਾਂ ਚ ਚਲ ਗਏ ਹੋਣੇ। ਤੇ ਇਹਨਾਂ ਨੇ ਮੁੜ ਕੇ ਜਾ ਕੇ ਇੱਕ ਦੂਜੇ ਨਾਲ ਹੱਥ ਮਿਲਾਉਣੇ ਆ। ਇਹਨਾਂ ਨੇ ਜਦੋਂ ਵੇਖੋ ਵੀ ਤੁਸੀਂ, ਜਦੋਂ ਵੀ ਇਲੈਕਸ਼ਨ ਹੁੰਦੇ ਆ ਡਾਕਟਰ ਸਾਹਿਬ, ਉਦੋਂ ਕੋਈ ਨਾ ਕੋਈ ਬਿਆਨਬਾਜ਼ੀ ਉਹੋ ਜਿਹੀ ਸ਼ੁਰੂ ਹੋ ਜਾਂਦੀ ਹੈ। ਹੁਣ ਜਿਹੜਾ ਕਾਰਗਿਲ ਵਿਜੇ ਦਿਵਸ ਹੈ, ਇਹ 4 ਸਾਲ ਤਾਂ ਪਿੱਛੇ ਵੀ ਤਾਂ ਮਨਾਉਂਦੇ ਰਹੇ ਅਸੀਂ, ਉਦੋਂ ਤਾਂ ਕਿਸੇ ਨੇ ਬਿਆਨ ਦਿੱਤਾ ਹੀ ਨਹੀਂ। ਹੁਣ ਇਲੈਕਸ਼ਨ ਆ ਗਏ, ਹੁਣ ਕਹਿੰਦੇ LOC ਪਾਰ ਕਰ ਜਾਵਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ, ਇਹ ਨਹੀਂ ਹੋ ਸਕਦਾ। ਵੀ ਉਹ ਇੱਕ ਟੈਨਸ਼ਨ ਕ੍ਰੀਏਟ ਕਰਦੇ ਲੋਕਾਂ ਦੇ ਵਿੱਚ ਲੱਗੇ ਵੀ ਹਾਂ ਯਾਰ ਵੀ ਬੜੇ ਦੇਸ਼ ਭਗਤ ਹੈ। 2024 ਆ ਗਿਆ ਨਾ, 24 ਆ ਗਿਆ ਬਸ। ਸੋ ਡਾਕਟਰ ਸਾਹਿਬ, ਪਾਕਿਸਤਾਨ ਦੀ ਸੰਸਦ ਵੱਲੋਂ ਕਾਰਜਕਾਰੀ ਸਰਕਾਰ ਨੂੰ ਵੱਧ ਸ਼ਕਤੀਆਂ ਦੇਣ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਹੈ, ਔਰ ਮੈਨੂੰ ਲੱਗਦਾ ਸ਼ਾਇਦ ਇਹ ਵੀ ਫਿਰ ਚੋਣਾਂ ਵਾਲਾ ਮਸਲਾ ਹੀ ਹੈ ਜੀ। ਚੋਣਾਂ ਵਾਲਾ ਹੀ ਮਸਲਾ ਆ ਗਿਆ ਨਾ ਜੀ। ਜਿਹੜੀ ਐਕਚੁਅਲ 5 ਸਾਲ ਜਿਹੜੇ ਸੰਵਿਧਾਨ ਸਾਹਿਬ ਨੇ ਜੀ, ਉਹ ਤਾਂ ਖਤਮ ਹੋ ਜਾਣਾ ਅਗਸਤ ਦੇ ਵਿੱਚ, ਅਗਲੇ ਅਗਸਤ ਮਤਲਬ ਕੱਲ ਨੂੰ ਹੀ ਹੋ ਜਾਣੇ ਖਤਮ। ਜੀ ਜੀ। ਅਗਸਤ ਸ਼ੁਰੂ ਹੋ ਗਈ ਹੈ ਜੀ, ਸਾਡੇ ਜੁਲਾਈ ਖਤਮ ਹੋਈ ਅੱਜ ਜੀ। ਤੇ ਹੁਣ IMF ਨੇ ਵੀ ਰੌਲਾ ਪਾਇਆ ਸੀ ਵੀ ਤੁਸੀਂ ਇਲੈਕਸ਼ਨ ਨਾ ਮੁਲਤਵੀ ਕਰੋ, ਡੈਮੋਕ੍ਰੇਸੀ ਬਹੁਤ ਜ਼ਰੂਰੀ ਆ। ਇਹ ਉਹਨਾਂ ਨੂੰ ਕਹਿਣਾ ਹੀ ਪੈਂਦਾ ਕਿਉਂਕਿ ਉਹਨਾਂ ਦੇ ਚਾਰਟਰ ਦੇ ਵਿੱਚ
ਜਿਸ ਵੀ ਕੰਟਰੀ ਨੂੰ ਉਹ ਲੋਨ ਦਿੰਦੇ ਆ ਤਾਂ ਉਹਨਾਂ ਨੂੰ ਦੱਸਣਾ ਹੀ ਪੈਂਦਾ ਵੀ ਅਸੀਂ ਡੈਮੋਕ੍ਰੇਸੀ ਦੇ ਹੱਕ ਦੇ ਵਿੱਚ ਹਾਂ। ਹਾਲਾਂਕਿ ਅੰਦਰੋਂ ਭਾਵੇਂ ਕਹਿ ਗਏ ਹੋਣੇ ਵੀ ਕੋਈ ਗੱਲ ਨਹੀਂ ਹੈ, 2 ਦਿਨ ਨਾ ਵੀ ਕਰਾਇਓ ਕੋਈ ਗੱਲ ਨਹੀਂ। ਅੱਛਾ, ਹੁਣ ਪਹਿਲਾਂ ਉਹਨਾਂ ਨੇ ਇੱਕ ਆਈਡੀਆ ਲਿਆਂਦਾ ਸੀ ਕਿ ਅਸੀਂ ਇੱਕ ਜਿਹੜੇ ਟੈਕਨੋਕ੍ਰਾਟਸ ਦੀ ਸਰਕਾਰ ਬਣਾ ਲਾਂਗੇ, ਕਿਸੇ ਪਾਰਟੀ ਦੀ ਨਹੀਂ ਹੋਊਗੀ, ਉਹ ਬੰਦੇ ਹੋਣਗੇ ਜਿਹੜੇ ਐਕਸਪਰਟਸ ਆ ਆਪਣੇ ਆਪਣੇ ਫੀਲਡ ਦੇ ਵਿੱਚ, ਜਿਹੜੇ ਕਿ ਪਾਕਿਸਤਾਨ ਨੂੰ ਇਸ ਤੇ ਆਰਥਿਕ ਸੰਕਟ ਤੋਂ ਬਾਹਰ ਕੱਢ ਸਕਦੇ ਆ। ਸਭ ਤੋਂ ਪਹਿਲਾਂ ਨਾਂ ਕਿਹੜਾ ਆਇਆ? ਧਾਰ ਦਾ ਆਇਆ। ਧਾਰ ਹੁਣ ਫਾਈਨੈਂਸ ਮਿਨਿਸਟਰ ਆ ਜੀ। ਜੇ ਬਾਕੀਆਂ ਦੇ ਸਿਰ ਕੋਈ ਕਰਪਸ਼ਨ ਦੇ 20 ਹੋਣੇ ਆ ਤਾਂ ਧਾਰ ਦੇ ਸਿਰ 100 ਹੋਣਾ ਜੀ। ਇਹ ਬੰਦਾ ਇਮਾਨਦਾਰ ਬੰਦਾ ਇਹ ਲੱਭਾ ਇਹਨਾਂ ਨੂੰ, ਉਹਨੂੰ ਮਨਜ਼ੂਰ ਨਹੀਂ ਕੀਤਾ, ਬਾਕੀਆਂ ਪਾਰਟੀਆਂ ਨੇ ਜੁਦੀ ਗੱਲ ਆ। ਪਰ ਉਹ ਜਿਹੜੀ ਮੁਸਲਿਮ ਨੀ ਨੂਨ ਵਾਲੇ ਆ ਨਾ, ਉਹਨਾਂ ਨੂੰ ਉਹੀ ਬੰਦਾ ਲੱਭਾ। ਉਹੀ ਨਾ, ਬਿੱਲੀ ਨੂੰ ਦੁੱਧ ਦੀ ਰਾਖੀ ਪਾਉਣ ਲੱਗੇ। ਆਪਣੇ ਕਹਿੰਦੇ ਹੁੰਦੇ ਅੰਨਾ ਵੰਡੇ ਰਿਓੜੀਆਂ, ਮੁੜ ਆਪਣਿਆਂ ਨੂੰ, ਉਹ ਆਪਣੇ ਫਾਈਨੈਂਸ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਲੱਗੇ ਸੀ। ਹੁਣ ਕਿਹਤੇ ਸਹਿਮਤੀ ਹੋ ਗਈ ਉਹਦਾ ਪਤਾ ਨਹੀਂ ਹਲੇ, ਪਰ ਇੱਕ ਜਿਹੜੀ ਵੱਡੀ ਗੱਲ ਆ ਉਹ ਇਹੀ ਆ ਵੀ ਉਹ ਜਿਹੜੀ ਨਵੀਂ ਕੇਅਰ ਟੇਕਰ ਸਰਕਾਰ ਹੋਵੇ ਨਾ, ਉਹਦੇ ਕੋਲ ਇੰਨੀ ਤਾਕਤ ਹੋਵੇ ਵੀ ਕਮ ਸੇ ਕਮ ਉਹ ਇਲੈਕਸ਼ਨ ਨਾ ਹਜੇ ਹੋਣ ਦੇਵੇ। ਇਲੈਕਸ਼ਨ ਜਿਹੜੀਆਂ ਪਹਿਲਾਂ ਕਹਿੰਦੇ ਸੀ ਅਗਸਤ 'ਚ ਹੀ ਕਰਾਵਾਂਗੇ, ਹੁਣ ਕਹਿੰਦੇ ਸੀ ਪਿੱਛੇ ਬਦਲ ਗਏ, ਅਕਤੂਬਰ ਦੇ ਵਿੱਚ ਕਰਾ ਦੇਵਾਂਗੇ। ਅਕਤੂਬਰ ਦੇ ਵਿੱਚ ਵੀ ਕੀ ਹੋਣਗੀਆਂ ਜਾਂ ਨਹੀਂ ਹੋਣਗੀਆਂ ਅਜੇ ਕੋਈ ਪਤਾ ਨਹੀਂ। ਤੇ ਫਿਰ ਦੂਸਰਾ ਵੱਡਾ ਉਹਨਾਂ ਦੇ ਪਾਵਰ ਹੈਗੀ ਆ ਵੀ ਜੇ ਤੁਸੀਂ ਇਮਰਾਨ ਖਾਨ ਨੂੰ ਕੁਝ ਕਰ ਸਕਦੇ ਆ ਤਾਂ। ਇਮਰਾਨ ਖਾਨ ਚਲੋ ਜੱਬੜੀਆਂ ਵੀ ਕਈ ਵਾਰੀ ਛੱਡਦੇ ਆ, ਪਰ ਉਹਨਾਂ ਦੀ ਪਪੂਲੈਰਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੋਈ, ਔਰ ਖਾਸ ਤੌਰ ਤੇ ਯੂਥ ਦੇ ਵਿੱਚ। ਨੌਜਵਾਨ ਉਹਨਾਂ ਦੇ ਮਗਰ ਬਹੁਤ ਲੱਗੇ ਆ ਜੀ। ਤੇ ਉਹਨਾਂ ਨੂੰ ਸਾਈਡ ਲਾਈਨ ਕਿੱਦਾਂ ਕਰ ਸਕਦੇ ਆ ਤੁਸੀਂ ਲੀਗਲੀ ਤੌਰ ਤੇ? ਇੱਕ ਤਾਂ ਉਹ ਨਵੀਂ ਕੇਅਰ ਟੇਕਰ ਜਿਹੜੀ ਸਰਕਾਰ ਆ ਉਹ ਲੱਭੇ ਵੀ ਇਹਨਾਂ ਨੂੰ ਸਾਈਡ ਲਾਈਨ ਕਰੋ, ਪਰ ਦੰਗੇ ਫਸਾਦ ਨਾ ਹੋਣ। ਮਤਲਬ ਕਿਸ ਨੂੰ ਮਾਰੋ ਵੀ ਤਾਂ ਸੋਟਾ ਨਾ ਲੱਗੇ, ਆਪਣਾ ਮਰ ਜਾਵੇ ਬੰਦਾ, ਤੇ ਉਹਨੂੰ ਸਿਆਸੀ ਮੌਤ ਮਾਰਨਾ ਚਾਹੁੰਦੇ ਉਹਦੀ। ਤੇ ਬਾਕੀ ਜਿਹੜੀਆਂ ਸਬਸਿਡੀਜ਼ ਵਗੈਰਾ ਦਿੱਤੀਆਂ ਆ, ਜਿਨ੍ਹਾਂ ਤੇ ਪਾਬੰਦੀ ਲਾਈ ਸੀ IMF ਨੇ, ਉਹਨਾਂ 'ਚ ਥੋੜੀਆਂ ਬਹੁਤੀਆਂ ਬਹਾਲ ਕਰਨੀਆਂ ਪੈਣੀਆਂ, ਨਹੀਂ ਤਾਂ ਇਹ ਮੁਸਲਿਮ ਲੀਗ ਨੂਨ ਨੂੰ ਪਤਾ ਹੈ ਕਿ ਸਾਡੀਆਂ ਵੋਟਾਂ ਜਾਂਦੀਆਂ ਲੱਗੀਆਂ ਜੀ। ਕਿਉਂਕਿ ਵੋਟਾਂ ਤਾਂ ਇਸੇ ਕਰਕੇ ਪੈਂਦੀਆਂ ਵੀ ਤੁਸੀਂ ਬਿਲਕੁਲ ਲਾਗੇ ਜਾ ਕੇ ਕਹਿੰਦੇ ਲੋਕਾਂ ਨੂੰ ਅਸੀਂ ਗੈਸ ਤੇ ਇੰਨੀ ਸਬਸਿਡੀ ਦੇਵਾਂਗੇ, ਆਟੇ ਤੇ ਇੰਨੀ ਦੇਵਾਂਗੇ, ਪਰ ਹੁਣ IMF ਨੇ ਜ਼ੋਰ ਲਾਇਆ ਵੀ ਭਾਈ ਉਹ ਪੈਸੇ ਬਚਾਓ, ਉਹ ਜਿਹੜੇ ਜਾਇਆ ਪੈਸੇ ਜਾਂਦੇ ਆ ਨਾ, ਉਹ ਤੁਸੀਂ ਆਪਣਾ ਕਰਜ਼ਾ ਲਾਉਣ ਤੇ ਲਾਓ। ਜਿਹੜੇ ਪੈਸੇ ਮੁਫਤ ਦੇ ਦਿੰਦੇ ਆ ਇਹ ਕਿਸੇ ਕੰਮ ਨਹੀਂ ਆਉਂਦੇ। ਇਹਦਾ ਕਰਕੇ ਹੀ ਤੁਸੀਂ ਥੱਲੇ ਨੂੰ ਗਏ ਆ। ਬਿਲਕੁਲ। ਅੱਛਾ, ਉਹਦਾ ਕਰਕੇ ਗਏ ਹੋਣਗੇ ਜਾਂ ਲੁੱਟ ਦਾ ਕਰਕੇ ਗਏ? ਲੁੱਟ ਦਾ, ਪਰ ਕੰਬੀਨੇਸ਼ਨ ਹੈ ਨਾ। ਪਾਕਿਸਤਾਨ ਤੇ ਮੇਰੇ ਖਿਆਲ ਇੰਨਾ ਕੁਝ ਦਿੱਤਾ ਵੀ ਨਹੀਂ, ਲੁੱਟ ਹੀ ਜ਼ਿਆਦਾ ਹੋਈ ਹੈ ਜੀ। ਨਹੀਂ, ਉਹਨਾਂ ਨੇ ਸਬਸਿਡੀ ਤਾਂ ਬਹੁਤ, ਆਇਲ ਆਪਣੇ ਗੈਸ ਤੇ ਸਬਸਿਡੀ ਬਹੁਤ ਦਿੱਤੀ ਹੈ। ਇੱਕ ਉਹਨਾਂ ਨੇ ਗੈਸ ਪਾਈਪਲਾਈਨ ਲਾਈਆਂ ਹੈ, ਜਿੱਦਾਂ ਖਾਸ ਤੌਰ ਤੇ ਮਿਡਲ ਕਲਾਸ ਏਰੀਆ ਦੇ ਵਿੱਚ ਜਾਂਦੇ ਆ ਨਾ ਤੁਸੀਂ, ਲਾਹੌਰ ਦੇ ਵਿੱਚ ਜੀ, ਤਾਂ ਉਹਨਾਂ ਨੂੰ ਐਕਚੁਅਲੀ ਪਾਈਪਲਾਈਨ ਦੇ ਥਰੂ ਆਉਂਦਾ ਸਪਲਾਈ ਦਿੱਤੀ ਹੈ, ਤਾਂ ਉਹ ਵੀ ਸਬਸਿਡਾਈਜ਼ਡ। ਅੱਛਾ। ਪੈਟਰੋਲ ਤੇ ਸਬਸਿਡੀ ਦਿੰਦੇ ਆ, ਫਿਰ ਖਾਣੇ ਤੇ ਸਬਸਿਡੀ ਦਿੱਤੀ ਹੈ, ਕਾਰਾਂ ਤੇ ਸਬਸਿਡੀ ਦਿੱਤੀ ਹੈ, ਮਤਲਬ ਹਰ ਤਰ੍ਹਾਂ ਦੀ ਸਬਸਿਡੀ ਦਿੰਦੇ ਸੀ ਮਿਡਲ ਕਲਾਸ ਨੂੰ ਖੁਸ਼ ਰੱਖਣ ਲਈ ਕਿ ਇਹ ਵੋਟਾਂ ਸਾਨੂੰ ਪਾਈ ਜਾਣ। ਪਰ ਹੁਣ ਨਾਲ ਦੀ ਨਾਲ ਜਿਹੜੇ ਸਬਸਿਡੀ ਦਿੰਦੇ ਆ ਉਹ ਵਿੱਚੋਂ ਵੀ ਪੈਸੇ ਰੱਖਦੇ ਆ ਨਾ। ਬਿਲਕੁਲ। ਵੱਡੀ ਪ੍ਰੋਬਲਮ ਇਹ ਆ ਜਦੋਂ ਵੀ ਕੋਈ ਪ੍ਰੋਜੈਕਟ ਸ਼ੁਰੂ ਕਰਦਾ ਆ ਤਾਂ ਉੱਥੇ ਹਮੇਸ਼ਾ ਪਹਿਲਾਂ ਤਾਂ ਮੇਰਾ ਖਿਆਲ ਜਿਹੜਾ ਜ਼ਰਦਾਰੀ ਸੀ ਉਹਨੂੰ ਤਾਂ 15% ਕਹਿੰਦੇ ਸੀ, 15% ਖਾਂਦਾ ਆ। ਤਾਂ ਅੱਜ ਕੱਲ ਜਿਹੜਾ 15% ਖਾਦਾ ਉਹਨੂੰ ਇਮਾਨਦਾਰ ਹੀ ਸਮਝੋ। 15% ਦਾ ਕੁਝ ਵੀ ਨਹੀਂ, ਉਹ ਲੈਵਲ ਫਿਕਸ ਹੋ ਗਿਆ। ਅੱਜ ਕੱਲ ਤਾਂ ਉਹ ਚਾਹੀਦਾ ਵੀ ਜਿਹੜਾ 85% ਖਾਂਦਾ ਹੋਵੇ ਤਾਂ 15% ਉਹ ਲੱਗੇ ਮੋਰੇ। ਬਿਲਕੁਲ। ਕਈ ਏਦਾਂ ਦੇ ਵੀ ਹੋਣੇ ਆ। ਬਿਲਕੁਲ। ਸਾਡੇ ਇੱਥੇ ਜੋਕ ਸੁਣਾਉਂਦੇ ਹੁੰਦੇ ਆ, ਕਹਿੰਦੇ ਮੇਅਰਸ ਵੱਡੀਆਂ ਟਾਊਨਸ ਦੇ ਮਿਲੇ ਇੱਕ ਦੂਜੇ ਨੂੰ, ਤੇ ਉਹ ਇੱਕ ਮੇਅਰ ਬਹੁਤ ਵੱਡਾ ਮੈਂਸ਼ਨ ਉਹਦਾ, ਤਾਂ ਉਹਨੇ ਸ਼ਾਮ ਨੂੰ ਪਾਰਟੀ ਕੀਤੀ ਜਿੱਥੇ ਉਹਨਾਂ ਦੇ ਸ਼ਹਿਰ ਦੇ ਵਿੱਚ ਆਏ ਸੀ ਡੈਲੀਗੇਟ,
ਤੇ ਉਹ ਕਹਿੰਦਾ ਬੰਦਾ ਕਹਿੰਦਾ ਦੇਖ ਕੇ ਵੀ ਮੇਅਰ ਦੀ ਤਨਖਾਹ ਤਾਂ ਇੰਨੀ ਨਹੀਂ ਹੁੰਦੀ ਵੀ ਤੇਰਾ ਘਰ ਬਹੁਤ ਵਧੀਆ ਹੈ। ਉਹ ਕਹਿੰਦਾ ਉਹ ਪਿੱਛੇ ਮੇਰੇ ਘਰ ਦੇ ਇੱਕ ਬ੍ਰਿਜ ਨਜ਼ਰ ਆਉਂਦਾ। ਉਹ ਕਹਿੰਦੇ ਹਾਂ ਆਉਂਦਾ। ਉਹ ਕਹਿੰਦਾ ਅੱਧੇ ਪੈਸੇ ਖਾਦੇ। ਉਹ ਬੜੇ ਹੈਰਾਨ ਹੋਏ। ਉਹ ਬੰਦਾ ਜਿਹੜਾ ਸੁਣਦਾ ਸੀ ਗੱਲ, ਉਹ ਅਗਲੇ ਸਾਲ ਕਿਤੇ ਉਹਨਾਂ ਦੇ ਸ਼ਹਿਰ ਦੇ ਵਿੱਚ ਕਾਨਫਰੰਸ ਹੋਣੀ ਸੀ ਤੇ ਉਹਨੇ ਉਦੋਂ ਵੀ ਕਿਤੇ ਵੱਡਾ ਮਹਿਲ ਬਣਾਇਆ, ਬਹੁਤ ਹੀ ਜ਼ਿਆਦਾ। ਤੇ ਉਹ ਖਾਣਾ ਖਾਣ ਤੋਂ ਬਾਅਦ ਉਹਨੂੰ ਪੁੱਛਦੇ ਆ, ਕਹਿੰਦੇ ਵੀ ਆ ਤੂੰ ਤਾਂ ਕਮਾਲ ਹੀ ਕਰਤਾ, ਜਿੱਦਾਂ ਬਾਦਸ਼ਾਹਾਂ ਦੇ ਮਹਿਲ ਹੁੰਦੇ ਉਦਾਂ ਹੀ ਕਰਤਾ। ਉਹ ਕਹਿੰਦਾ ਵੀ ਉਹ ਪਿੱਛੇ ਜਿਹੜਾ ਬ੍ਰਿਜ ਨਜ਼ਰ ਆਉਂਦਾ ਤੇ ਉਹ ਦੇਖਦੇ ਆ ਆਲੇ ਦੁਆਲੇ ਵੀ ਬ੍ਰਿਜ ਤਾਂ ਕੋਈ ਦੀਦਾ ਨਹੀਂ। ਉਹ ਕਹਿੰਦਾ ਕਿਹੜਾ ਬ੍ਰਿਜ? ਕਹਿੰਦਾ 100% ਖਾਦਾ, ਆਪਾਂ ਬਣ ਹੀ ਨਹੀਂ ਦਿੱਤਾ। ਸੋ ਹੁਣ ਉਸ ਲੈਵਲ ਤੇ ਰਿਸ਼ਵਤ ਗਈ ਆ। ਤੇ ਜਿਹੜੀ 10% 15% ਖਾਂਦੇ ਸੀ ਨਾ, ਉਹ ਹਿੰਦੁਸਤਾਨ ਦੇ ਵਿੱਚ ਵੀ ਮਤਲਬ DNA ਤਾਂ ਇੱਕ ਆ ਨਾ ਸਾਡਾ। ਜੀ ਬਿਲਕੁਲ। ਜਿਹੜਾ ਅੱਗੇ ਕਹਿੰਦੇ ਹੁੰਦੇ ਸੀ ਮੰਤਰੀ ਜਦੋਂ ਬਣਦਾ ਆ, ਉਹਨੂੰ ਪੱਕਾ ਹੀ ਪਤਾ ਹੁੰਦਾ ਸੀ ਵੀ ਦੇਖੋ SDO ਨੇ ਕਿੰਨੇ ਲੈਣੇ ਆ, XCN ਨੇ ਕਿੰਨੇ ਲੈਣੇ ਆ, ਤੇ ਪਰਸੈਂਟੇਜ SC ਨੇ ਕਿੰਨੀ ਲੈਣੀ। ਪਰਸੈਂਟੇਜ ਜਿਹੜੀ ਫਿਕਸ ਹੈ, ਪਰਸੈਂਟੇਜ ਫਿਕਸ ਆ, ਤੇ ਇੰਨੇ ਮਿਨਿਸਟਰ ਨੂੰ ਮਿਲਣੇ। ਇਹ ਸੀਗਾ ਇਮਾਨਦਾਰੀ ਵਾਲਾ। ਕੋਈ ਤੁਸੀਂ ਸੜਕ ਦਾ ਠੇਕਾ ਦੇਤਾ, ਇਹਦੇ ਵਿੱਚੋਂ 15% ਜਿਹੜਾ ਜਾਂਦਾ ਲੱਗਣਾ ਪਹਿਲਾਂ ਹੀ ਪਤਾ ਹੁੰਦਾ ਸੀ, ਉਹਦੇ ਵਿੱਚ ਪਾ ਲਓ। ਤੇ ਹੁਣ ਇਹ ਲੱਗਦਾ ਵੀ 15% ਜਿਹੜਾ ਉਹ ਲੱਗ ਜਵੇ ਤਾਂ ਚੰਗਾ ਹੈ, ਲੱਗ ਜਾਵੇ ਤਾਂ ਚੰਗਾ ਹੈ। ਲੋ ਇੰਨੀ ਭੁੱਖ ਵੱਧ ਗਈ ਹੈ। ਉਹ ਦੋਹਾਂ ਦੇਸ਼ਾਂ ਦੇ ਵਿੱਚ ਇਹੀ ਹਾਲ, ਪਾਕਿਸਤਾਨ ਦੇ ਵਿੱਚ ਵੀ ਇਹੀ ਹਾਲ ਹੈ, ਸਾਡੇ ਵੀ ਇਹੀ ਹਾਲ ਹੈ। ਤੇ ਉਹ ਉੱਥੇ ਪ੍ਰੋਜੈਕਟ ਜਿਹੜੇ ਜਦੋਂ ਸਰਕਾਰਾਂ ਗਣਾਉਂਦੀਆਂ ਨਾ, ਅਸੀਂ ਪ੍ਰੋਜੈਕਟ ਲੈ ਕੇ ਆਏ ਆ, ਉਹ ਸਭ ਤੋਂ ਪਹਿਲਾਂ ਆਲੋਚਕ ਇਹ ਦੇਖਦੇ ਆ ਵੀ ਇਹ ਪ੍ਰੋਜੈਕਟ ਦੇ ਵਿੱਚ ਜਿਹੜੇ ਬੰਦੇ ਇਨਵੋਲਵ ਹੈ, ਇਹਨਾਂ ਦਾ ਹੁਣ ਦੇਖੋ ਕਿੰਨਾ ਹਿੱਸਾ ਹੈ, ਕੀ ਬਣਾਉਣਾ ਇਹਨਾਂ ਦੀ ਕੋਠੀ ਕਿੱਥੇ ਬਣਦੀ ਹੈ, ਇਹਨਾਂ ਦੇ ਮਹਿਲ ਕੋਠੀਆਂ ਤਾਂ ਦੂਜੇ ਬਣਾਉਂਦੇ ਤਾਂ ਮਹਿਲ ਬਣਾਉਂਦੇ ਬਿਲਕੁਲ ਜੀ। ਔਰ ਕਈ ਦੇਸ਼ਾਂ ਦੇ ਅੱਜ ਕੱਲ ਰਿਵਾਜ ਹੀ ਆ ਮੇਰਾ ਖਿਆਲ, ਪਾਕਿਸਤਾਨ ਤਾਂ ਖਾਸ ਤੌਰ ਤੇ ਹਰ ਇੱਕ ਬੰਦੇ ਦਾ, ਜਿਹੜਾ ਪਾਕਿਸਤਾਨ ਦਾ ਕੋਈ ਪੋਲੀਟੀਕਲ ਬੰਦਾ ਆ, ਉਹਦਾ ਦੁਬਈ ਦੇ ਵਿੱਚ ਜ਼ਰੂਰ ਬਣਾਇਆ ਕਰ, ਸੇਫ ਰੱਖੇ ਨਾ ਪੈਸੇ, ਵੀ ਜੇ ਕਿਤੇ ਕੁਝ ਹੋ ਜਾਵੇ ਪਾਕਿਸਤਾਨ ਨੂੰ ਤਾਂ ਅਸੀਂ ਨੱਠਣ ਜੋਗੇ ਹੋਈਏ। ਟਿਕਾਣੇ ਬਣਾ ਲਏ ਪਹਿਲਾਂ ਇਹਨਾਂ ਦਾ। ਮੁਸਲਿਮ ਲੀਗ ਨੂਨ ਦਾ ਤਾਂ ਪ੍ਰੈਜ਼ੀਡੈਂਟ ਬੈਠਾ ਲੰਡਨ, ਉਹਨੇ ਜ਼ਿਆਦਾ ਲੁੱਟਿਆ ਹੋਣਾ। ਬਿਲਕੁਲ। ਜਿਨ੍ਹਾਂ ਨੇ ਘੱਟ ਲੁੱਟਿਆ ਉਹ ਦੁਬਈ ਬੈਠੇ, ਜਿਨ੍ਹਾਂ ਨੇ ਜ਼ਿਆਦਾ ਲੁੱਟਿਆ ਉਹ ਨਿਊਯਾਰਕ ਬੈਠੇ। ਬਿਲਕੁਲ ਜੀ। ਤੇ ਅੱਜ ਦੇ ਸਾਡੇ ਵਿਚਾਰ ਦਾ ਸਮਾਂ ਹੋ ਗਿਆ। ਬਿਲਕੁਲ ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ, ਜਿਹੜੇ ਬੰਦੇ ਦੇ ਵੱਲ ਝਾਕਾਂ ਲੱਗੇ ਖੋਇਆ, ਜਿਹੜੇ ਬੰਦੇ ਦੇ ਵੱਲ ਝਾਕਾਂ ਲੱਗੇ ਖੋਇਆ, ਜਿਹੜਾ ਮੂੰਹ ਬੁੱਕਲ ਚੋਂ ਕੱਢੇ ਜਾਪੇ ਰੋਇਆ, ਖੌਰੇ ਕਿਹੜਾ ਖੌਫ ਹੈ ਤਾਰੀ, ਸਹਿਮੇ ਬੰਦੇ, ਖੌਰੇ ਕਿਹੜਾ ਖੌਫ ਹੈ ਤਾਰੀ, ਸਹਿਮੇ ਬੰਦੇ, ਇਸ ਬਸਤੀ ਦਾ ਇੱਕ ਬੂਹਾ ਦਿਸੇ ਟੋਇਆ। ਸੋ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਤੇ ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ। ਕੱਲ ਨੂੰ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਵਿੱਚ ਕੁਝ ਹੋਰ ਖਬਰਾਂ, ਕੁਝ ਹੋਰ ਨੁਕਤੇ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ, ਉਹਨਾਂ ਨੂੰ ਵਿਸਥਾਰ ਦੇਵਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ, ਜਿਉਂਦੇ ਵਾਸਤੇ ਰਹੋ ਜੀ।